गुरु नानक पद पंकज बंदन पंकज बंदन सिमरो अंगद दुख निकंदन गुरु अमरदास हृदय नित त्याऊं हृदय नित श्री गुरु रामदास गुण गुरु अर्जन विघ्नन के नाशक विघ्नन श्री हर गोबिंद सोमत पर श्री हर राय नमो कर जोरी नमो श्री हर कृष्ण मनाऊं गुरु तेग बहादुर परम कृपाला परम श्री गुरु गोबिंद सिंह विशाला तरो तरा पर पुन पुन सीसा पुन पुन बंदो बार बार जगत एक ओंकार सतगुरु प्रसाद सच होए वाहिगुरु जी की फतेह है विनाशन सोए वाहिगुरु जी की फतेह है विनाशन सोए दोहरा रामदास कुल राम कोयर गुर उक्ति कह चुप कहते लगी समाध पद दई गुप्त रस गुप वाहिगुरु जी का खालसा वाहिगुरु जी की फतेह। दोहरा पवित्र बाणी ਦੀ ਵਿਚਾਰ ਇਤਿਹਾਸ ਦੀ ਵਿਚਾਰ ਨਾਲ ਜੁੜਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿੱਛੇ ਆਪਾਂ ਸਰਵਣ ਕਰ ਰਹੇ ਸੀ ਜਦੋਂ ਰਾਮ ਕੋਇਰ ਜੀ ਨੇ ਉਹ ਕਥਾ ਸੁਣਾਈ ਜੋ 10ਵੇਂ ਪਾਤਸ਼ਾਹ ਜੀ ਨੇ ਕਲਯੁਗ ਦੇ ਭਿਆਨਕ ਵਰਤਾਰੇ ਦੀ ਗੱਲ ਦੱਸੀ ਔਰ ਸਤਿਗੁਰਾਂ ਦੇ ਭਵਿੱਖਤ ਬਚਨ ਕੀਤੇ ਹੋਏ ਅੱਜ ਸੱਤ ਹੋ ਰਹੇ ਨੇ। ਪਿੱਛੇ ਆਪਾਂ ਸਰਵਣ ਕੀਤਾ ਸੀ ਨਾ, ਘਰ ਘਰ ਉਜੜੈ ਘਰ ਘਰ ਵਸੈ ਘਰ ਘਰ ਹੋਵੈ ਨਾਰ ਘਰ ਘਰ ਪੂਜਾ ਘਰ ਘਮੰਡ ਘਰ ਘਰ ਹੋਏ ਮਰਸਾਰ ਮਰਸਾਰ ਪਰ ਮਰਨੀ। ਜਿਵੇਂ ਅੱਜ ਭਿਆਨਕ ਬਿਮਾਰੀਆਂ ਕਰੋਨਾ ਦੀਆਂ ਚੱਲੀਆਂ ਅਤੇ ਘਰ ਘਰ ਗੁਰੂ ਪਿਆਰੇ ਬਿਮਾਰੀ ਫੈਲ ਚੁੱਕੀ ਆ ਔਰ ਘਰ ਘਰ ਰੋਵੈ ਨਾਰ ਇਸਤਰੀਆਂ ਦਾ ਰੋਣਾ ਜਦੋਂ ਘਰ ਦਾ ਮੈਂਬਰ ਚਲਿਆ ਜਾਂਦਾ ਹੈ। ਭਾਵ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਆ ਰਿਹਾ ਕਲਯੁਗ ਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਦੱਸਿਆ। ਉਹ ਸਾਰੀ ਵਾਰਤਾ ਦੁਬਾਰਾ ਫਿਰ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜਦ ਕਥਾ ਸੁਣਾਈ ਸਾਰੀ ਲਿਖਵਾਉਣੀ ਕੀਤੀ ਦੂਜੇ ਪਾਤਸ਼ਾਹ ਤੋਂ ਲੈ ਕੇ ਖਾਲਸਾ ਪੰਥ ਤੱਕ, ਤਾਂ ਉਹਨਾਂ ਨੇ ਕਥਾ ਕੱਲ੍ਹ ਆਪਾਂ ਨੂੰ ਸੁਣਾਈ ਸੀ। ਪਿਛਲੇ ਦਿਨੀ ਆਪਾਂ ਸਰਵਣ ਕੀਤੀ। ਇਸ ਪ੍ਰਕਾਰ ਗੁਰ ਸਗਲ ਸੁਨਾਇਓ ਸੁਣ ਸਿੰਘਣ ਸਭ ਸੀਸ ਨਿਵਾਇਓ। ਜਦ ਸਤਿਗੁਰਾਂ ਨੇ ਆਉਣ ਵਾਲੀ ਭਵਿੱਖਤ ਦੀਆਂ ਬਚਨਾਂ ਨੂੰ ਸੁਣਾਉਣਾ ਕੀਤਾ, ਸਿੰਘਾਂ ਨੇ ਸੁਣ ਕਰਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਵੀ ਕਹਿੰਦੇ ਇਹ ਭਵਿੱਖਤ ਬਚਨ ਸੁਣਾਉਂਦੇ ਸੁਣਾਉਂਦੇ ਧਿਆਨ ਪਰਮੇਸ਼ਰ ਨਾਲ ਜੁੜ ਗਿਆ, ਸਮਾਧੀ ਵੀ ਚਲੇ ਗਏ। ਕਈ ਦਿਨ ਉਹਨਾਂ ਦੀ ਸਮਾਧੀ ਲੱਗੀ ਰਹੀ, ਕਿੰਨੇ ਦਿਨ ਉਹ ਸਿਮਰਨ ਵਿੱਚ ਹੀ ਬੈਠੇ ਰਹੇ। ਫਿਰ ਧਿਆਨ ਖੁੱਲ੍ਹਦਾ, ਫਿਰ ਦੁਬਾਰਾ ਕਥਾ ਸੁਣਾਉਂਦੇ ਆ। ਜਦੋਂ ਉਹ ਫਿਰ ਕੀ ਸੁਣਾਉਂਦੇ ਆ ਇਹ ਵਿਚਾਰਾਂ ਹੁਣ ਆਪਾਂ ਅੱਗੇ ਆਰੰਭ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇਸ ਪ੍ਰਕਾਰ ਗੁਰ ਸਕਲ ਸੁਨਾਇਓ ਸੁਨ ਸਿੰਘਨ ਸਭ ਸੀਸ ਨਿਵਾਇਓ। ਭਾਈ ਸਾਹਿਬ ਰਾਮ ਕੋਇਰ ਜੀ ਕਹਿ ਰਹੇ ਹਨ ਕਿ ਇਉਂ ਸਤਿਗੁਰਾਂ ਨੇ ਸਿੰਘਾਂ ਦੇ ਬੇਨਤੀ ਕਰਨ ਤੇ ਆਉਣ ਵਾਲੇ ਭਿਆਨਕ ਕਲਯੁਗ ਦੇ ਬਾਰੇ ਦੱਸਣਾ ਕੀਤਾ ਤੇ ਸਿੰਘਾਂ ਨੇ ਸੁਣ ਕੇ ਨਮਸਕਾਰ ਕੀਤੇ ਹੈ।
शुभ कथा सिख श्रोता प्रेमी सुनता था। तो ये सारी कथा ਆਪਾਂ ਨੂੰ ਭਾਈ ਗੁਰਬਖਸ਼ ਸਿੰਘ ਰਾਮ ਕੋਇਰ ਜੀ ਨੇ ਸੁਣਾਈ ਹੈ ਤੇ ਉਸ ਵੇਲੇ ਵੀ ਸਰੋਤੇ ਜਨਾਂ ਨੇ ਸੁਣੀ ਆ ਤੇ ਅੱਜ ਆਪਾਂ ਵੀ ਸਰਵਣ ਕਰ ਰਹੇ ਹਾਂ। ਰਾਮਦਾਸ ਕੁਲ ਰਾਮ ਕੋਇਰ ਗੁਰਗਤੀ ਕਹਿ ਚੁੱਪ। ਭਾਈ ਸਾਹਿਬ ਜੀ ਦੱਸਦੇ ਹਨ ਕਿ ਜਦੋਂ ਰਾਮ ਕੋਇਰ ਜੀ ਨੇ ਇਹ ਕਥਾ ਸੁਣਾਈ, ਕਿਉਂਕਿ ਇਸ ਦੀ ਅੱਗੇ ਉਲਥਾ ਕੀਤਾ, ਦੁਬਾਰਾ ਇਸ ਨੂੰ ਛੰਦਾਬੰਦੀ ਵਿੱਚ ਕੀਤਾ ਭਾਈ ਸਾਹਿਬ ਜੀ ਨੇ, ਤੇ ਜਦ ਉਹਨਾਂ ਨੇ ਇਹ ਛੰਦਾਬੰਦੀ ਕੀਤੀ ਫਿਰ ਉਹਨਾਂ ਨੇ ਇੱਥੇ ਇਹ ਦੋਹਰਾ ਲਿਖਿਆ ਵੀ ਇਉਂ ਰਾਮ ਕੋਇਰ ਜੀ ਨੇ ਜਦੋਂ ਇਹ ਕਥਾ ਸੁਣਾਈ ਤੇ ਸੁਣਾਉਂਦਿਆਂ ਕਹਿਤੇ ਲਗੀ ਸਮਾਦ ਪਦ ਲਈ ਗੁਪਤ ਰਸ ਗੁਪ। ਔਰ ਕਹਿੰਦਿਆਂ ਉਹਨਾਂ ਦਾ ਵੀ ਧਿਆਨ ਗੁਰੂ ਚਰਨਾਂ ਵਿੱਚ ਚਲਿਆ ਗਿਆ। ਗੁਪਤ ਹੋ ਗਏ ਮਤਲਬ ਚੁੱਪ ਹੋ ਗਏ, ਸਮਾਧੀ ਵਿੱਚ ਚਲੇ ਗਏ ਜੀ। ਅਜਬਰ ਤਾਰਾ ਪੜ ਸੁਨੇ ਕਲਯੁਗ ਤਾਕਾ ਦਾਸ। ਇਸ ਕਰਕੇ ਸਿੱਖੋ, ਜੇ ਕੋਈ ਇਸ ਕਲਯੁਗ ਦੀ ਵਾਰਤਾ ਨੂੰ ਯਾਦ ਰੱਖੇਗਾ ਤੇ ਆਟੋਮੈਟਿਕ ਗੁਰੂ ਦੇ ਭਾਵ ਵਿੱਚ ਵੀ ਰਹੇਗਾ। ਕਹੋ ਸਤਨਾਮ। ਗੁਰੂ ਦੇ ਡਰ ਵਿੱਚ ਵੀ ਰਹੇਗਾ ਤੇ ਜਿਹੜਾ ਗੁਰੂ ਦੇ ਡਰ ਵਿੱਚ ਰਹੇਗਾ ਕਲਯੁਗ ਵੀ ਉਹਦਾ ਦਾਸ ਬਣ ਜਾਵੇਗਾ, ਭਾਵ ਉਹ ਸਹੀ ਰਸਤੇ ਚੱਲੇਗਾ। ਤੇ ਧਰਮਰਾਜ ਵੀ ਉਹਨਾਂ ਦਾ ਦਾਸ ਬਣ ਗਿਆ। ਧਰਮਰਾਏ ਐਸੇ ਚਵੈ ਕੀਤੋ ਭਵਨ ਪੁਨੀਤ। ਤਾਂ ਭਾਈ ਸਾਹਿਬ ਜੀ ਕਹਿੰਦੇ ਜਿਹੜੀ ਇਸ ਕਲਯੁਗ ਦੀ ਕਥਾ ਨੂੰ ਸੁਣਨਗੇ ਕਲਯੁਗ ਵੀ ਉਹਨਾਂ ਦਾ ਸੇਵਕ ਬਣ ਕੇ ਰਹੇਗਾ। ਪਾਪ ਭਗੀ ਭਗਤੀ ਜਪੈ ਧਨ ਸਿੱਖ ਕੀ ਆਸ। ਹਾਂ, ਉਹਦੇ ਵਿਕਾਰ ਖਤਮ ਹੋ ਜਾਣਗੇ, ਮਾੜੀ ਸੋਚ ਖਤਮ ਹੋ ਜਾਊਗੀ, ਉਹ ਸਿੱਧੇ ਰਸਤੇ ਤੇ ਚੱਲ ਪਵੇਗਾ, ਗੁਰੂ ਭਾਵ ਵਿੱਚ ਰਹੇਗਾ। ਭਾਉ ਤੇ ਭਾਉ ਦੋਨਾਂ ਦੀ ਲੋੜ ਹੈ। ਭਾਉ ਹੁੰਦਾ ਪ੍ਰੇਮ, ਭੱਬੇ ਕੰਨਾ ਭਾਉ ਪ੍ਰੇਮ, ਪਰ ਪ੍ਰੇਮ ਨੂੰ ਬਰਕਰਾਰ ਰੱਖਣ ਲਈ ਭੱਬਾ ਉੜੀ ਔਕੜ ਭਾਉ ਦੀ ਡਰ ਦੀ ਲੋੜ ਹੈ। ਮੇਰਾ ਕਿਤੇ ਪ੍ਰੇਮ ਟੁੱਟ ਨਾ ਜਾਵੇ, ਮੈਂ ਕੋਈ ਇਹੋ ਜਿਹੀ ਗੱਲ ਨਾ ਕਰਾਂ, ਮੈਂ ਇਹੋ ਜਿਹਾ ਕਾਰਤ ਨਾ ਕਰ ਬੈਠਾ ਕਿ ਮੈਂ ਗੁਰੂ ਦੇ ਪ੍ਰੇਮ ਤੋਂ ਦੂਰ ਹੋ ਜਾਵਾਂ। ਕੋਈ ਸਤਨਾਮ। ਇਸ ਕਰਕੇ ਭਾਉ ਦੀ ਵੀ ਲੋੜ ਹੈ, ਡਰ ਦੀ ਵੀ ਲੋੜ ਹੈ ਗੁਰੂ ਦੇ ਚਰਨਾਂ 'ਚ ਜੁੜੇ ਰਹਿਣ ਲਈ, ਤੇ ਪ੍ਰੇਮ ਦੀ ਵੀ ਲੋੜ ਹੈ। ਇੱਕ ਉਹ ਡਰ ਹੈ ਜਿਹੜਾ ਡਰ ਕੇ ਬਾਹਰ ਕਿਲੇ ਤੋਂ ਖੜੇ ਰਹਿਣਾ, ਨਹੀਂ ਯਾਰ ਮੈਂ ਤਾਂ ਨਹੀਂ ਅੰਦਰ ਜਾਂਦਾ, ਮੈਂ ਅੰਦਰ ਜਾਣ ਦੇ ਯੋਗ ਨਹੀਂ, ਉਸ ਡਰ ਦਾ ਵੀ ਕੀ ਫਾਇਦਾ। ਕੋਈ ਸਤਨਾਮ। ਜੇ ਤੂੰ ਅੰਦਰ ਜਾਣ ਦੇ ਯੋਗ ਨਹੀਂ, ਯੋਗ ਬਣ ਕੇ ਆ। ਜੇ ਤੈਨੂੰ ਗੁਰੂ ਨਾਲ ਪ੍ਰੇਮ ਹੈ ਤਾਂ ਫਿਰ ਜੋ ਤੇਰੇ ਅੰਦਰ ਅਲਾਮਤ ਹੈ ਨਸ਼ਿਆਂ ਦੀਆਂ, ਵਿਸ਼ੇ ਵਿਕਾਰਾਂ ਦੀਆਂ, ਉਹਨਾਂ ਨੂੰ ਛੱਡ ਕੇ ਗੁਰੂ ਕੋਲੇ ਜ਼ਰੂਰ ਆਓ। ਬੜੀ ਸੋਹਣੀ ਵਾਰਤਾ ਮੇਰੀ ਯਾਦ ਆ ਗਈ। ਚੱਲਦੇ ਕਥਾ ਅੱਗੇ ਆਰੰਭ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਕਥਾ ਵਾਰਤਾ ਸੁਣਾਉਂਦੇ ਆ ਤੇ ਪਾਤਸ਼ਾਹ ਦੀ ਨਿਗਾਹ ਡਿਉੜੀ ਤੇ ਪੈਂਦੀ ਆ ਸਿੱਧੀ, ਤੇ ਡਿਉੜੀ ਤੇ ਇੱਕ ਬੰਦਾ ਖੜਾ ਹੁੰਦਾ ਤੇ ਕਥਾ ਸੁਣ ਕੇ ਬਸ ਉੱਥੇ ਹੀ ਮੱਥਾ ਟੇਕ ਕੇ ਮੁੜ ਜਾਂਦਾ। ਅੰਦਰ ਕਦੇ ਆ ਕੇ ਉਹ ਮੱਥਾ ਨਹੀਂ ਟੇਕਦਾ। ਕਈ ਦਿਨ ਬਤੀਤ ਹੋਏ। ਇੱਕ ਦਿਨ ਮੇਰੇ ਪ੍ਰੀਤਮ ਜੀ ਕਹਿਣ ਲੱਗੇ, ਆਲਮ ਸਿਆਂ, ਹਾਂ ਮਹਾਰਾਜ, ਜਿਹੜਾ ਉਹ ਬੰਦਾ ਡਿਉੜੀ ਤੇ ਖੜਾ ਕਿਨਾਰੇ ਨਾਲ, ਕਥਾ ਤੋਂ ਬਾਅਦ ਉਹਨੂੰ ਅੰਦਰ ਲੈ ਕੇ ਆਈ। ਕਹਿਣ ਲੱਗਿਆ ਜੀ ਠੀਕ ਆ। ਤੇ ਜਦੋਂ ਆਲਮ ਸਿੰਘ ਬਾਹਰ ਚਲਿਆ ਗਿਆ ਤੇ ਉਸ ਭਾਈ ਸਾਹਿਬ ਨੂੰ ਕਹਿਣ ਲੱਗਿਆ ਵੀ ਤੂੰ ਅੰਦਰ ਚੱਲ। ਕਹਿੰਦਾ ਨਾ ਮੈਂ ਨਹੀਂ ਅੰਦਰ ਜਾਣਾ। ਡਰ ਗਿਆ, ਕੰਬਣ ਲੱਗਿਆ। ਕਹਿੰਦੇ ਗੁਰੂ ਸਾਹਿਬ ਕੁਛ ਨਹੀਂ ਕਹਿੰਦੇ, ਤੈਨੂੰ ਪਿਆਰ ਨਾਲ ਸੱਦਿਆ ਉਹਨਾਂ ਨੇ ਅੰਦਰ। ਕਹਿੰਦਾ ਨਹੀਂ ਮੈਂ ਨਹੀਂ ਅੰਦਰ ਜਾਣਾ। ਹੁਣ ਆਲਮ ਸਿੰਘ ਨੇ ਹੁਕਮ ਵਜਾਉਣਾ ਸੀ, ਇੱਕ ਸਿੰਘ ਹੋਰ ਨਾਲ ਲਿਆ, ਬਾਹਾਂ ਫੜ ਕੇ ਤਕੜੀਆਂ ਅੰਦਰ ਲਿਆਂਦਾ ਉਹਨੂੰ। ਕਹੋ ਸਤਨਾਮ। ਪਾਤਸ਼ਾਹ ਦੇ ਸਾਹਮਣੇ ਲਿਆਂਦਾ, ਕੰਬੀ ਜਾਵੇ। ਪਾਤਸ਼ਾਹ ਕਹਿੰਦੇ ਉਹ ਤੈਨੂੰ ਕੀ ਹੋਇਆ, ਤੂੰ ਡਰੀ ਕਿਉਂ ਜਾਂਦਾ? ਕਹਿੰਦਾ ਜੀ ਡਰ ਲੱਗਦਾ। ਕਿਉਂ? ਕਹਿੰਦਾ ਜੀ ਬਸ ਡਰ ਲੱਗਦਾ, ਤੁਹਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਇਸ ਕਰਕੇ ਮੈਂ ਰੋਜ਼ ਸੁਣਦਾ, ਪਰ ਡਰ ਵੀ ਲੱਗਦਾ। ਉਹ ਕਿਉਂ? ਕਹਿੰਦੇ ਜੇ ਮੈਂ ਮਸੀਤ ਵਾਲੇ ਪਾਸੇ ਗਿਆ ਮੈਨੂੰ ਉਹਨਾਂ ਨੇ ਭਜਾਤਾ ਜੀ। ਕਹਿੰਦੇ ਜਾ ਭਾਜਾ ਤੂੰ ਤਾਂ ਕਲਾਲ ਹੈ। ਜੇ ਮੰਦਰ ਵਾਲੇ ਪਾਸੇ ਮੈਂ ਕਥਾ ਵਾਰਤਾ ਸੁਣ ਗਿਆ ਉਹਨਾਂ ਨੇ ਭਜਾਤਾ, ਜਾ ਭਾਜਾ ਕਲਾਲ ਹੈ ਤੂੰ। ਪਾਤਸ਼ਾਹ ਕਹਿੰਦੇ ਉਹ ਕਲਾਲ ਕੌਣ ਹੁੰਦੇ ਆ, ਕੀ ਕਰਦਾ ਤੂੰ? ਕਹਿੰਦਾ ਜੀ ਮੈਂ ਸ਼ਰਾਬ ਵੇਚਣ ਦਾ ਕੰਮ ਕਰਦਾ। ਕਹੋ ਸਤਨਾਮ। ਤੁਹਾਡੀਆਂ ਗੱਲਾਂ ਵੀ ਸੁਣਦਾ, ਕੰਮ ਮੇਰਾ ਕਲਾਲਾਂ ਦਾ ਹੈ, ਸ਼ਰਾਬ ਵੇਚਣ ਦਾ। ਔਰ ਮੇਰੇ ਪ੍ਰੀਤਮ ਨੇ ਫਿਰ ਉੱਥੇ ਕੀ ਕੀਤਾ ਪਤਾ? ਆਸਣ ਛੱਡ ਕੇ ਉੱਠੇ ਔਰ ਗਲਵਕੜੀ 'ਚ ਲੈ ਕੇ ਕਹਿੰਦੇ ਓਏ ਕਲਾਲ ਤਾਂ ਗੁਰੂ ਕੇ ਲਾਲ ਹੁੰਦੇ ਆ, ਅਸੀਂ ਵੀ ਇੱਕ ਨਸ਼ਾ ਦਿੰਦੇ ਹਾਂ। ਕਹੋ ਸਤਨਾਮ। ਅਸੀਂ ਵੀ ਇੱਕ ਰਸ ਦਿੰਦੇ ਹਾਂ, ਤੂੰ ਮੂਹਰੇ ਆ ਕੇ ਬੈਠਿਆ ਕਰ, ਤੈਨੂੰ ਕੋਈ ਨਹੀਂ ਭਜਾਊਗਾ। ਤੇ ਥੋੜ੍ਹੇ ਦਿਨਾਂ ਬਾਅਦ ਉਹ ਕਲਾਲ ਸ਼ਰਾਬ ਵੇਚਣ ਦਾ ਕੰਮ ਹੀ ਛੱਡ ਗਿਆ। ਕਹੋ ਸਤਨਾਮ। ਇਉਂ ਪਿਆਰ ਦੇ ਨਾਲ ਕਿਸੇ ਨੂੰ ਜੋੜਿਆ ਜਾ ਸਕਦਾ, ਪ੍ਰੇਮ ਵੀ ਹੋਵੇ, ਡਰ ਵੀ ਹੋਵੇ, ਪਰ ਡਰ ਐਸਾ ਨਾ ਹੋਵੇ ਕਿ ਗੁਰੂ ਤੋਂ ਦੂਰ ਫਿਰਦੇ ਰਹੀਏ।
ਚਰਨਾਂ ਵਿੱਚ ਬੈਠ ਕੇ ਭੌ ਰੱਖੀਏ। ਭਾਈ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਜਿਹੜਾ ਇਸ ਕਲਯੁਗ ਦੇ ਵਰਤਾਰੇ ਨੂੰ ਸੁਣੇਗਾ, ਕਲਯੁਗ ਦੀ ਕਥਾ ਨੂੰ ਯਾਦ ਰੱਖੇਗਾ, ਉਹਦੇ ਅੰਦਰੋਂ ਪਾਪਾਂ ਦਾ ਖਾਤਮਾ ਹੋ ਜਾਵੇਗਾ, ਉਹਦੇ ਅੰਦਰ ਭਗਤੀ ਭਾਵਨਾ ਪੈਦਾ ਹੋ ਜਾਵੇਗੀ ਔਰ ਉਹ ਗੁਰੂ ਕਾ ਸਿੱਖ ਧਨ ਹੋ ਜਾਵੇਗਾ। ਦੋਹਰਾ ਇੱਕ ਦਿਨ ਬੀਤੇ ਬਾਹਰ ਬੈਠੇ ਸਭਾ ਮਜਾਰ। ਕਈ ਦਿਨ ਧੰਨ ਭਾਈ ਸਾਹਿਬ ਭਾਈ ਰਾਮ ਕੌਰ ਜੀ ਸਮਾਧੀ ਵਿੱਚ ਬੈਠੇ ਰਹੇ। ਜਦੋਂ ਸਮਾਧੀ ਖੁੱਲੀ ਫਿਰ ਦੁਬਾਰਾ ਸਭਾ ਲੱਗੀ ਹੈ, ਭਾਵ ਸਤਸੰਗ ਲੱਗੀ ਹੈ। ਸਿੱਖਾਂ ਨੂੰ ਪਤਾ ਲੱਗਿਆ ਜਿਹੜੇ ਰੋਜ਼ ਕਥਾ ਸੁਣਦੇ ਸੀ, ਲਿਖਾਰੀ ਲਿਖਦਾ ਵੀ ਰਹਿੰਦਾ ਸੀਗਾ, ਪਰ ਉਹ ਇਸ ਤਰ੍ਹਾਂ ਲਿਖਾਉਂਦੇ ਸਨ ਕਿ ਸੁਣਨ ਵਾਲੇ ਵੀ ਡਬਲ ਰਸ ਲੈ ਲੈਂਦੇ। ਦੋਨੇ ਕੰਮ ਹੋ ਰਹੇ ਸੀਗੇ, ਲਿਖਦੇ ਵੀ ਜਾ ਰਹੇ ਸੀ ਕਥਾ ਨੂੰ ਤੇ ਸਰੋਤੇ ਵੀ ਰੋਜ਼ ਆ ਕੇ ਸਾਹਮਣੇ ਬਹਿ ਜਾਂਦੇ ਹਨ। ਹਰਿ ਬਾਬੇ ਕੀਰਤਨ ਸੁੰਦਰ ਸ਼ਬਦ ਉਚਾਰ। ਔਰ ਕਈ ਦਿਨ ਕਹਿੰਦੇ ਭਾਈ ਸਾਹਿਬ ਜੀ ਉਸੇ ਤਰ੍ਹਾਂ ਸਮਾਧੀ ਵਿੱਚ ਬੈਠੇ ਰਹੇ। ਕੀਰਤਨ ਹੋ ਜਾਂਦਾ, ਸੁਬਾਹ ਹੋ ਜਾਂਦਾ, ਸ਼ਾਮ ਨੂੰ ਹੋ ਜਾਂਦਾ, ਸ਼ਾਮ ਨੂੰ ਹੋ ਜਾਂਦਾ, ਸੁਬਾਹ ਹੋ ਜਾਂਦਾ, ਪਰ ਰਾਮ ਕੋ ਹਰਿ ਨਿਜ ਤਿਆਗ ਸਮਾਦ। ਰਿਧਿ ਧਿਆਨ ਤਰ ਗੁਰੂ ਅਗਾਧ। ਕਈ ਦਿਨ ਸਮਾਧੀ ਦੇ ਵਿੱਚ ਬੈਠ ਕੇ ਉਹ ਕੀਰਤਨ ਸੁਣਦੇ ਰਹੇ, ਧਿਆਨ ਗੁਰੂ ਚਰਨਾਂ ਨਾਲ ਜੋੜ ਕੇ ਜੀ। ਸਿੱਖ ਸੰਗਤ ਗਨ ਸਿੰਘ ਜੇ ਸਰੋਤਾ। ਸੁਨ ਸੁਨ ਸਭ ਕੇ ਅਣਦ ਅਦੋਤਾ। ਔਰ ਸਿੱਖ ਸੰਗਤਾਂ ਸਰੋਤੇ ਜਨ ਜਿਹੜੇ ਕਿ ਰੋਜ਼ਾਨਾ ਲੜੀਵਾਰ ਕਥਾ ਨੂੰ ਸਰਵਣ ਕਰ ਰਹੇ ਸੀ, ਉਹਨਾਂ ਦੇ ਹਿਰਦੇ ਵਿੱਚ ਆਨੰਦ ਵਰਸ ਰਿਹਾ ਹੈ। ਸਤਿਗੁਰ ਕਥਾ ਕਰਨ ਲਗ ਭਾਈ। ਗੁਰ ਸੇਵਕ ਕੇ ਤਨ ਮਨ ਭਾਈ। ਤੇ ਭਾਈ ਸਾਹਿਬ ਜੀ ਕੁਝ ਦਿਨਾਂ ਬਾਅਦ ਫਿਰ ਧਿਆਨ ਨੂੰ ਛੱਡ ਕੇ, ਸਮਾਧੀ ਨੂੰ ਛੱਡ ਕੇ ਸਭਾ ਵਿੱਚ ਬੈਠੇ ਹਨ ਆ ਕੇ, ਔਰ ਗੁਰੂ ਕੀ ਕਥਾ ਸੁਣਾਉਣੀ ਸ਼ੁਰੂ ਕੀਤੀ ਹੈ। ਗੁਰੂ ਕੀਆਂ ਸੰਗਤਾਂ ਨੂੰ ਬੜੇ ਚੰਗੇ ਲੱਗਦੇ ਹਨ। ਭਗਤ ਗਿਆਨ ਤੇ ਪੂਰਨ ਜੋਈ। ਸਿੱਖੀ ਅਰ ਵਿਰਾਗ ਮੈਂ ਭੋਈ। ਭਾਈ ਸਾਹਿਬ ਭਾਈ ਰਾਮ ਕੋਇਲ ਜੀ ਦੀ ਇਹ ਕਥਾ ਜਿਹੜੀ ਹੈ ਭਗਤ ਬੈਰਾਗ ਦੇ ਵਿੱਚ ਭਰੀ ਹੋਈ, ਸਿੱਖਾਂ ਨੂੰ ਸਿੱਖੀ ਵਿੱਚ ਪਰਪੱਕ ਕਰਨ ਵਾਲੀ। ਸਤੂ ਮਤੂ ਦੋਨੋਂ ਭਰਾਤਾ। ਗਾਵੇ ਰਾਗ ਸੁਰਨ ਕੀ ਗਿਆਤਾ। ਔਰ ਉਹ ਸਮੇਂ ਦੇ ਰਾਗੀ ਹਨ ਸੱਦੂ ਤੇ ਮੱਧੂ, ਇਹ ਦੋਨੇ ਭਰਾ ਸੀਗੇ। ਲਗਭਗ ਇੱਕੋ ਜਿਹੇ ਨਾਂ ਰੱਖ ਲੈਂਦੇ ਆ, ਕਰਤਾਰਾ ਮੁਖਤਿਆਰਾ ਆਦਿ ਆਦਿ ਇਸ ਤਰ੍ਹਾਂ। ਇਹਨਾਂ ਦਾ ਨਾਮ ਹੈ ਸੱਦੂ ਤੇ ਮੱਧੂ। ਇਹ ਦੋਨੇ ਭਰਾ ਹਨ, ਰਾਗਾਂ ਦੇ ਰਸੀਏ ਹਨ, ਜਾਣਕਾਰ ਹਨ, ਸੁਰਾਂ ਦੇ ਗਿਆਤਾ ਹਨ। ਹਰੀ ਬਿਲਾਵਲ ਚੌਕੀ ਚਾਰ। ਭੋਗ ਪਾਏ ਅਰਦਾਸ ਉਚਾਰ। ਔਰ ਇਹਨਾਂ ਨੇ ਬਿਲਾਵਲ ਦੀ ਚੌਕੀ ਲਾਈ ਹੈ, ਭੋਗ ਪਿਆ, ਅਰਦਾਸ ਹੋਈ ਹੈ। ਬਿਲਾਵਲ ਦੀ ਚੌਕੀ ਜਿਵੇਂ ਸੁਬਾਹ ਚੌਕੀ ਲੱਗਦੀ ਹੈ ਆਸਾ ਦੀ ਵਾਰ ਦੀ, ਇੱਥੇ ਵੀ ਫਿਰ ਕਥਾ ਹੁੰਦੀ ਹੈ। ਕਥਾ ਤੋਂ ਬਾਅਦ ਜਿਹੜਾ ਕੀਰਤਨ ਕਰਦੇ ਆ ਸਿੰਘ, ਉਹ ਬਿਲਾਵਲ ਦੀ ਚੌਕੀ ਆ। ਕੋਈ ਸਤਨਾਮ ਤਾਂ ਕਥਾ ਤੋਂ ਬਾਅਦ ਭਾਵ ਸੁਬਾਹ ਦੇ ਕੀਰਤਨ ਤੋਂ ਬਾਅਦ ਭਾਈ ਸਾਹਿਬ ਜੀ ਨੇ ਬਿਲਾਵਲ ਦੀ ਚੌਕੀ ਲਾਈ ਹੈ। ਪਿਛੇ ਸਿੰਘਨ ਬਿਨਤੀ ਕੀਨਾ। ਸਕਲ ਕਲਾ ਸਮਰੱਥ ਪਰਬੀਨਾ। ਫੇਰ ਸਿੱਖ ਸੰਗਤਾਂ ਨੇ ਭਾਈ ਸਾਹਿਬ ਭਾਈ ਰਾਮ ਕੋਇਲ ਜੀ ਨੂੰ ਬੇਨਤੀ ਕੀਤੀ ਹੈ, ਸਕਲ ਕਲਾ ਸਮਰੱਥ, ਸਰਬ ਕਲਾ ਸਮਰੱਥ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹਨਾਂ ਦੇ ਸਿਰ ਤੇ ਹੱਥ ਹੈ। ਬਾਬੇ ਬੁੱਢੇ ਕੀ ਵੰਸ ਤੇ ਬਚਨ ਕੀਤਾ ਸੀ ਕਿਸੇ ਵੇਲੇ ਆਪਣੇ ਪਿਆਰ ਵਿੱਚ ਆ ਕੇ, ਰੌ ਵਿੱਚ ਆ ਕੇ ਬਾਬੇ ਨਾਨਕ ਜੀ ਨੇ ਕਿ ਬੁੱਢੇ ਦੁਨੀਆ ਤੋਂ ਭਾਵੇਂ ਓਲੇ ਹੋ ਜਾ ਪਰ ਤੈਥੋਂ ਓਲੇ ਨਹੀਂ ਹੋਵਾਂਗਾ। ਤੇ ਕਾਫੀ ਸਮੇਂ ਬਾਅਦ ਜਦੋਂ ਇੱਕ ਵਾਰ ਸਿੱਖ ਸੰਗਤਾਂ ਨੂੰ ਖਿਆਲ ਆਇਆ, ਜੰਗਾਂ ਯੁੱਧਾਂ ਤੋਂ ਵਿਹਲੇ ਹੋਏ, ਖਾਲਸਾ ਪੰਥ 10ਵੇਂ ਪਾਤਸ਼ਾਹ ਤੋਂ ਵੀ ਬਾਅਦ ਜੰਗ ਹੁੰਦੇ ਰਹੇ, ਇੱਕ ਦਿਨ ਸੰਗਤਾਂ ਨੂੰ ਖਿਆਲ ਆਇਆ ਵੀ ਯਾਰ ਜਿਸ ਤਰ੍ਹਾਂ ਬਾਬੇ ਨਾਨਕ ਜੀ ਦਾ ਇਤਿਹਾਸ ਲਿਖਿਆ ਹੋਇਆ ਸਾਡੇ ਕੋਲ 10 ਗੁਰੂਆਂ ਦਾ ਹੋਣਾ ਚਾਹੀਦਾ। ਜਦ ਇਹ ਖਿਆਲ ਆਇਆ ਵੀ ਸੋਚਿਆ ਵੀ ਯਾਰ 10 ਗੁਰੂਆਂ ਦਾ ਹੁਣ ਕੌਣ ਸੁਣਾਊਗਾ। ਬਾਬੇ ਨਾਨਕ ਤੋਂ ਬਾਅਦ 10ਵੇਂ ਪਾਤਸ਼ਾਹ ਤੱਕ ਘੱਟੋ ਘੱਟ 300 ਸਾਲ ਤਾਂ ਉਸ ਵੇਲੇ ਹੋ ਹੀ ਗਏ ਹੋਣਗੇ। 239 ਸਾਲ ਤਾਂ 10ਵੇਂ ਪਾਤਸ਼ਾਹ ਜੀ ਦੇ ਸਮੇਂ ਤੱਕ ਹੀ ਹੋ ਗਏ ਸੀ। ਤੇ ਵੀ 300 ਸਾਲ ਦਾ ਕਿਹੜਾ ਬੰਦਾ ਹੋਊਗਾ ਜਿਹੜਾ ਆਪਾਂ ਨੂੰ ਸਾਰਾ ਇਤਿਹਾਸ ਸੁਣਾਵੇ। ਸੋਚਾਂ ਵਿੱਚ ਪੈ ਗਈ ਸੰਗਤ। ਫਿਰ ਸੰਗਤ ਨੂੰ ਇੱਕ ਖਿਆਲ ਆਇਆ ਵੀ ਯਾਰ ਕਿਸੇ ਵੇਲੇ ਬਾਬੇ ਨਾਨਕ ਨੇ ਕਿਹਾ ਸੀਗਾ ਬਾਬੇ ਬੁੱਢੇ ਕਿਆਂ ਨੂੰ ਮੈਂ ਤੇਥੋਂ ਓਲੇ ਨਹੀਂ ਹੋਵਾਂਗਾ। ਇਹਦਾ ਮਤਲਬ ਇਹ ਵੀ ਹੈ ਕਿ ਬਾਬੇ ਬੁੱਢੇ ਦੀ ਵੰਸ਼ ਦਾ ਕੋਈ ਵੀ ਬੱਚਾ ਇਹ ਸਾਰਾ ਭੂਤ ਕਾਲ ਭਵਿੱਖ ਕਾਲ ਨੂੰ ਜਾਣਦਾ ਹੋਵੇਗਾ ਤੇ ਉਹਨਾਂ ਨੂੰ ਬੇਨਤੀ ਕਰੀਏ। ਤੇ ਉਸ ਵੇਲੇ ਰਾਮ ਕੋਇਲ ਜੀ ਜੋ 10ਵੇਂ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਵੇਲੇ 2 ਸਾਲ ਦੇ ਸਨ, ਹੁਣ ਤਾਂ ਕਾਫੀ ਵੱਡੇ ਹੋ ਚੁੱਕੇ ਆ। ਕੋਈ ਸਤਨਾਮ।
ਤੋ ਇਹਨਾਂ ਨੂੰ ਸੰਗਤਾਂ ਨੇ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਬੇਨਤੀ ਆ ਵੀ ਦੂਜੇ ਪਾਤਸ਼ਾਹ ਤੋਂ ਲੈ ਕੇ ਖਾਲਸਾ ਪੰਥ ਦੀਆਂ ਜਿੱਤਾਂ ਤੱਕ ਦਾ ਸਾਰਾ ਇਤਿਹਾਸ ਲਿਖਣਾ। ਉਹ ਹੱਸ ਪਏ, ਕਹਿੰਦੇ ਮਹਾਰਾਜ ਦੂਜੇ ਪਾਤਸ਼ਾਹ ਵੇਲੇ ਤਾਂ ਮੈਂ ਜੰਮਿਆ ਵੀ ਨਹੀਂ, ਮੈਂ ਤਾਂ 10ਵੇਂ ਪਾਤਸ਼ਾਹ ਵੇਲੇ ਜਨਮ ਹੋਇਆ। ਕਹੋ ਸਤਨਾਮ। ਸੰਗਤ ਕਹਿੰਦੀ ਭਾਵੇਂ ਕੁਛ ਵੀ ਹੈ ਪਰ ਤੁਹਾਡੇ ਤੇ ਬਖਸ਼ਿਸ਼ ਹੈ। ਬਾਬੇ ਨਾਨਕ ਦਾ ਬਚਨ ਹੈ, ਸਾਧ ਦਾ ਬਚਨ ਆਲਾ ਨਹੀਂ ਜਾਂਦਾ ਹੁੰਦਾ। ਬਾਬੇ ਬੁੱਢੇ ਨੂੰ ਕਿਹਾ ਸੀ ਕਿ ਦੁਨੀਆ ਤੋਂ ਭਾਵੇਂ ਓਲੇ ਹੋ ਜਾ, ਸੋਥੋਂ ਓਲੇ ਨਹੀਂ ਹੋਵਾਂਗਾ। ਇਸ ਕਰਕੇ ਅਗਰ ਤੁਸੀਂ ਕਥਾ ਸੁਣਾਉਣੀ ਸ਼ੁਰੂ ਕਰ ਦਿਓ ਅਰਦਾਸ ਕਰਕੇ ਤੇ ਇਹ ਸਾਰੀ ਕਥਾ ਤੁਹਾਨੂੰ ਗੁਰੂ ਨਾਨਕ ਆਪੇ ਹੀ ਸੁਣਵਾ ਦੇਣਗੇ। ਕਹੋ ਸਤਨਾਮ। ਬਚਨ ਹੈ ਬਾਬੇ ਨਾਨਕ ਜੀ ਦਾ। ਚਲੋ ਫਿਰ ਸੰਗਤਾਂ ਦਾ ਬਚਨ ਮੰਨ ਕੇ ਅਰਦਾਸ ਬੇਨਤੀ ਕਰਕੇ ਲਿਖਾਉਣੀ ਸ਼ੁਰੂ ਕੀਤੀ ਤੇ ਸਾਰੀ ਲਿਖੀ ਗਈ। ਉਸੇ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਕਵੀ ਨੇ ਛੰਦਾਬੰਦੀ ਵਿੱਚ ਕੀਤਾ ਹੈ। ਭਾਈ ਵੀਰ ਸਿੰਘ ਜੀ ਨੇ ਵੀ ਇਸ ਕਥਾ ਨੂੰ ਗੁਰੂ ਪਿਆਰੂ ਆਪਣਾ ਹਿੱਸਾ ਲਿਖਣ ਵਿੱਚ ਪਾਇਆ, ਅਰਥਾਂ ਦੇ ਵਿੱਚ ਲੋੜ ਪੈਣ 'ਤੇ। ਜਿਹੜਾ ਭਾਈ ਸੰਤੋਖ ਸਿੰਘ ਦੀ ਦੂਸਰੀ ਪੋਥੀ ਆ ਮੂਲ ਵਾਲੀ, ਜਿਹਦੇ ਵਿੱਚ ਕਿਸੇ ਕਿਸੇ ਸ਼ਬਦ ਦਾ ਅਰਥ ਹੈ, ਮੇਨ ਸ਼ਬਦਾਂ ਦੇ ਅਰਥ ਹੈ, ਉਹ ਭਾਈ ਵੀਰ ਸਿੰਘ ਜੀ ਨੇ ਕੀਤੇ ਹਨ। ਕਹੋ ਸਤਨਾਮ ਸਿੰਘ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਸ ਤਰ੍ਹਾਂ ਰਾਮ ਕੌਰ ਜੀ ਨੂੰ ਬੇਨਤੀ ਕੀਤੀ ਸਿੱਖ ਸੰਗਤਾਂ ਨੇ, ਇਹ ਸਰਵ ਕਲਾ ਸਮਰੱਥ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀ ਮੈਂ ਕਰਿਓ ਖਾਲਸਾ ਵੀਰ, ਸਭ ਤੇ ਉਤਮ ਗੁਣੀ ਗੀਰ। ਇਹ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਜੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਵੀਰ ਮਤਲਬ ਯੋਧਾ ਸਾਜਿਆ ਹੈ। ਸਰਵ ਕਲਾ ਸਮਰੱਥ ਔਰ ਗੁਣਾਂ ਦਾ ਖਜ਼ਾਨਾ। ਕੇਵਲ ਤਲਵਾਰ ਹੀ ਨਹੀਂ ਚਲਾਉਂਦਾ ਗਾ, ਜਾਂ ਲੰਗਰ ਚਲਾਉਂਦਾ ਹੈ ਤੇ ਸੰਤਾਂ ਦਾ ਸਰੂਪ ਹੋ ਜਾਂਦਾ। ਕਹੋ ਸਤਨਾਮ। ਜਦੋਂ ਇਹ ਕਿਸੇ ਦੁਖੀਏ ਦੀ ਸੇਵਾ ਕਰਦਾ ਹੈ ਉਦੋਂ ਭਾਈ ਕਨਈਏ ਵਾਲੀ ਡੱਬੀ ਚੱਕ ਲੈਂਦਾ ਖਾਲਸਾ ਏਡ ਦੀ ਤਰ੍ਹਾਂ। ਕਹੋ ਸਤਨਾਮ। ਇਸ ਕਰਕੇ ਖਾਲਸੇ ਵਿੱਚ ਬਹੁਤ ਗੁਣ ਭਰੇ ਹਨ। ਸਰਬ ਸ਼੍ਰੋਮਣ ਖਾਲਸਾ ਰਸਿਓ ਪੰਥ ਸੁਖਦਾਈ। ਜਿਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰਬ ਕਲਾ ਸਮਰੱਥ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। ਗੰਦੇ ਧੂਮ ਤੇ ਜਗ ਮੇ ਅਦਕ ਸੁਹਾਈ। ਇੱਕੋ ਇੱਕ ਕੇਵਲ ਖਾਲਸਾ ਪੰਥ ਹੈ ਜਿਹੜਾ ਗੰਦੇ ਧੂਏ ਤੋਂ ਭਾਵ ਤੰਬਾਕੂ ਤੋਂ ਬਚਿਆ। ਕਹੋ ਸਤਨਾਮ। ਨਹੀਂ ਤਾਂ ਜਿਹੜੇ ਬਹੁਤ ਸਾਰੇ ਧਰਮ ਹਨ ਉਹਨਾਂ ਦੇ ਵਿੱਚ ਬਹੁਤ ਤੰਬਾਕੂ, ਬੀੜੀ ਚੱਲਦਾ, ਸਭ ਚੱਲਦਾ। ਕਹੋ ਸਤਨਾਮ। ਇੱਕੋ ਇੱਕ ਇਸ ਗੰਦੇ ਧੂਏ ਤੋਂ ਬਚਾਉਣ ਵਾਲਾ ਖਾਲਸਾ ਪੰਥ ਹੈ, ਬਚਨ ਵਾਲਾ, ਜਿਤੇ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ ਹੈ। ਉੱਚੀ ਪਰਮ ਸੋ ਪ੍ਰੇਮ ਕਰ ਰਹਿਨੀ ਕੋ ਬਿਰਤੰਤ। तो फिर ਸਿੰਘਾਂ ਨੇ ਬੜਾ ਪ੍ਰੇਮ ਕਰਕੇ ਕਹਿੰਦੇ ਬੇਨਤੀ ਕੀਤੀ, ਮਹਾਰਾਜ ਖਾਲਸੇ ਦੀ ਰਹਿਣੀ ਕੈਸੀ ਹੋਣੀ ਚਾਹੀਏ। जिसको देवे किम रहे कैसे वर्तो संत। ਮਹਾਰਾਜ ਇਹ ਸਿੱਖ ਦਾ ਜੀਵਨ ਜਿਹੜਾ ਹੈ ਕੈਸਾ ਹੋਣਾ ਚਾਹੀਏ ਜੀ। ਗੁਰੂ ਕਹੇ ਸੁਨ ਖਾਲਸਾ ਕਿਸ ਪੌਲੀ ਮੁਕਤ। ਭਾਵੇਂ ਰਾਮ ਕੋਇਰ ਜੀ ਸੁਣਾ ਰਹੇ ਨੇ ਪਰ ਨਾਲ ਹੈਂਡਗ ਦੇ ਜਾਂਦੇ ਆ ਕਿ ਗੁਰੂ ਸਾਹਿਬ ਜੀ ਕਹਿਣ ਲੱਗੇ। ਕੀ ਕਹਿਣ ਲੱਗੇ? ਕਿਉਂਕਿ ਪੁੱਛ ਰਹੀ ਹੈ ਸਿੱਖ ਸੰਗਤਾਂ ਉਸ ਵੇਲੇ 10ਵੇਂ ਪਾਤਸ਼ਾਹ ਜੀ ਨੂੰ, ਉਹ ਸਾਰੇ ਬਚਨ ਰਾਮ ਕੌਰ ਜੀ ਦੇ ਰਾਹੀਂ ਸਾਨੂੰ ਦੁਬਾਰਾ ਮਿਲੇ। ਤਾਂ ਕਹਿਣ ਲੱਗੇ ਗੁਰੂ ਸਾਹਿਬ ਜੀ ਕਹਿੰਦੇ ਖਾਲਸਾ ਜਿਹੜਾ ਹੈ ਕੇਸਾਂ ਨੂੰ ਧਰ ਕੇ, ਕੇਸ ਪਹੁਲੀ ਭਾਵ ਅਮਰ ਦੀ ਦਾਤ ਖੰਡੇ ਵਾਟੇ ਦੀ, ਇਹ ਕੇਸ ਪਹੁਲੀ ਹੈ। ਕੇਸ ਪਹੁਲੀ ਦਾਤ ਲੈ ਕੇ ਉਦੋਂ ਪਹਿਲਾਂ ਚਰਨ ਪਹੁਲ ਹੁੰਦੀ ਸੀ। ਚਰਨ ਪਹੁਲ ਦੇ ਵਿੱਚ ਪਾਤਸ਼ਾਹ ਲਗਭਗ ਜਿਹੜਾ ਵੀ ਪਿਆਰ ਨਾਲ ਆਉਂਦਾ ਉਸ ਨੂੰ ਚਰਨ ਪਹੁਲ ਦੇ ਕੇ ਸੱਜੇ ਪੈਰ ਦਾ ਅੰਗੂਠਾ ਧੋ ਕੇ ਜਲ ਛਕਾ ਕੇ ਉਹਨੂੰ ਆਪਣੀ ਸਿੱਖੀ ਤੇ ਗਿਆਨ ਦੇ ਦਿੰਦੇ ਸੀ। ਕਹੋ ਸਤਨਾਮ। ਤੋ ਕੇਸ ਪੌਲੀ ਤੋਂ ਭਾਵ ਹੈ ਖੰਡੇ ਦੀ ਪਹੁਲ। ਜਿਹੜਾ ਕੇਸ ਪੌਲੀ ਖੰਡੇ ਦੀ ਪਹੁਲ ਲੈ ਲਵੇਗਾ ਉਹ ਮੁਕਤ ਹੋਏਗਾ। ਜੁਗ ਜੁਗ ਮੇਂ ਹਮ ਅਵਤਰੈ ਆਪਣੇ ਭਗਤਨ ਕਾਜ। ਔਰ ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਅਸੀਂ ਦੁਨੀਆ ਵਿੱਚ ਆਉਂਦੇ ਰਹਾਂਗੇ। ਖੰਡੇ ਕੀ ਸਭ ਤੇ ਭਲੀ ਕੇ ਚਰਨ ਕੀ ਜੁਗਤ। ਔਰ ਖੰਡੇ ਦੀ ਪਹੁਲ ਸਭ ਤੋਂ ਚੰਗੀ ਹੈ ਜਾਂ ਇਹ ਚਰਨ ਪਹੁਲ। ਜੁਗ ਜੁਗ ਮੇਂ ਹਮ ਅਵਤਰੈ ਆਪਣੇ ਭਗਤਨ ਕਾਜ। ਕਿਉਂਕਿ ਸਿੱਖ ਤਾਂ ਤੁਸੀਂ ਸਿੱਖ ਸਾਰੇ ਹੀ ਹੋ। ਹੁਣ ਜੇ ਨਹੀਂ ਅੰਮ੍ਰਿਤ ਛਕੇ ਉਹ ਵੀ ਕਿੰਨਾ ਪਿਆਰ ਕਰਦੇ ਆ, ਸੇਵਾ ਕਰਦੇ ਆ, ਕੋਈ ਜੋੜਿਆਂ ਦੀ ਕਰਦਾ, ਕੋਈ ਲੰਗਰ ਦੀ ਕਰਦਾ। ਇਸ ਕਰਕੇ ਅਸੀਂ ਕਿਸੇ ਨੂੰ ਇਹ ਤਾਂ ਨਹੀਂ ਕਹਿੰਦੇ ਵੀ ਤੂੰ ਕੰਮ ਤੇ ਛਕਿਆ ਬਾਹਰ ਨਿਕਲ ਜਾ। ਕਹੋ ਸਤਨਾਮ। ਕਿਉਂਕਿ ਚਰਨ ਪੌਲੀ ਭਾਵ ਜਿਹੜੇ ਉਸ ਵੇਲੇ ਚਰਨ ਪੌਲੀ ਸਨ ਉਹ ਵੀ ਠੀਕ ਸੀ,
ਔਰ ਉਸ ਤੋਂ ਬਾਅਦ ਜਿਹੜਾ ਪਾਤਸ਼ਾਹ ਨੇ 10ਵੇਂ ਜਾਮੇ ਤੋਂ ਬਾਅਦ ਬਣਾਇਆ ਸਿਸਟਮ, ਇਹ ਵੀ ਜ਼ਰੂਰੀ ਆ। ਜੇ ਕੋਈ ਸ਼ੱਕ ਲਵੇ ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਇਹਨੂੰ ਤਾਂ ਦੇਵਤੇ ਲੱਭਦੇ ਫਿਰਦੇ ਹੈ ਤੇ ਸਾਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਦਿੱਤਾ। ਕੋਈ ਸਤਨਾਮ। ਪ੍ਰੀਤਮ ਜੀ ਕਹਿੰਦੇ ਖੰਡੇ ਕੀ ਸਭ ਤੇ ਭਲੀ, ਖੰਡੇ ਦੀ ਪਹੁਲ ਸਭ ਤੋਂ ਉੱਤਮ ਹੈ। ਚਰਨਨ ਕੀ ਜੁਗਤ, ਚਰਨ ਪਹੁਲ ਦੀ ਵੀ ਜੁਗਤ ਸੀ ਉਸ ਵੇਲੇ। ਰਹਿਣੀ ਰਹੇ ਸੋ ਖਾਲਸਾ ਸੋ ਮੇਰੋ ਸਿਰ ਤਾਜ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਸੀਂ ਜੁਗਾਂ ਜੁਗਾਂਤਰਾਂ ਵਿੱਚ ਸਮਾਂ ਦੇ ਨਾਲ ਅਵਤਾਰ ਧਾਰ ਕੇ ਆਉਂਦੇ ਰਵਾਂਗੇ ਭਗਤਾਂ ਦੇ ਕਾਜ ਕਰਨ ਵਾਸਤੇ। ਮੇਰਾ ਖਾਲਸਾ ਜਿਹੜਾ ਹੈ ਰਹਿਤ ਵਹਿਤ ਵਿੱਚ ਰਹੇਗਾ, ਜਿਹੜਾ ਉਹ ਦੁਨੀਆ ਦਾ ਸਰਤਾਜ ਹੋਵੇਗਾ, ਮੇਰਾ ਵੀ ਸਰਤਾਜ ਹੋਵੇਗਾ। ਦੇਖੋ ਪਾਤਸ਼ਾਹ ਖਾਲਸੇ ਨੂੰ ਕਿੰਨਾ ਪਿਆਰ ਕਰਦੇ ਆ, ਤੂੰ ਤਾਂ ਮੇਰੇ ਸਿਰ ਦਾ ਤਾਜ ਹੈ। ਖਾਲਸੇ ਕਹਿੰਦੇ ਤੂੰ ਤਾਂ ਮੇਰੀ ਅੱਖਾਂ ਦਾ ਤਾਰਾ ਹੈ। ਮਾਂ ਪਿਓ ਕਹਿੰਦੇ ਨੇ ਬੱਚੇ ਨੂੰ ਇਹ ਤਾਂ ਮੇਰੀ ਅੱਖਾਂ ਦਾ ਤਾਰਾ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਬਚਨ ਕਰਦੇ ਹਨ ਬਾਣੀ ਵਿੱਚ ਆਪਣੀ ਵਿੱਚ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हो करो निवास, खालसा मेरी जान की जान, खालसा मेरो प्राण को प्राण, खालसा मेरो मुख है अंगा, मेरा ही स्वरूप है। खालसा मेरो मुख है अंगा, खालसे क्यों सालसा संगा। पर अगे एक शर्त रखी है, जबला खालसा रहे नियारा, तब लग तेज दियो मैं सारा, जावे गह विपन की रीत मैं न करो इनकी प्रतीत। इस करके रह नहीं रहे सो खालसा सो मेरो सिरताज। हरे खालसा पहल बिना देखी मूर्ख सिख। और इस करके सिखो मैं इस गल ते जोर दिंदा हाँ। 10वें प्रीतम कहंदे ठीक है केस रखने चंगी गल है, पर जे कोई केस धार के इकल्ला अपने आप को सिख समझे वो भी ठीक नहीं है, क्योंकि सिक्ख्या भी जरूरी है। को सतनाम। केस धार ले फिर कहते वो भेख जा बना लिया, वेखण विच बाहरों सिख दिसदा है पर अंदरों गुरमाते चलिया नहीं। 100 सिख सखा बंद पै भाई, जे गुर के भाणे विच आवे अपने भाणे जो चले भाई, विछड़ चोटा खावे बिन सतगुर सो कदे न पावे भाई, फिर पछोतावे। ये बचन तीजे पातशाह जी ने कीते हन। को सतनाम गुरबाणी दे विच। इस करके बिन पौहल केस धरै भेखी मूड़ा सिख, उस ते भरोसा नहीं है। इस करके केस रखने भी जरूरी है। खंडे दी पौहल भी लै लवे ते गुरु दी रह नहीं रहे सोई सिख मेरा, ये भी जरूरी है। तेरा दर्शन नहीं तिस पापी त्यागे सिख। पापी त्यागे भिख, भाव इहो जिहा मनुख जिहड़ा विखावे तौर ते तां, क्योंकि अजकल लोग दस्तारधारी नूं सिख कह दिंदे आ। कोई सतनाम। पर बाणी कहती सिख वो है जिहड़ा सिक्खी के मुताबिक चले। इस करके पातशाह ने 300 साल 400 साल पहले कह दिता कि जिहड़ा केस धर के अपने आप को सिख विखावा करना, जिमें कई सारे लोग सिक्खी ते अटैक ही करते रहे ना, नेकी वर्गे रेड़ूए ते बैठ के। को सतनाम। हुण वेखण तो उन्होंने पग बन्नी हुई सी, दाड़ा भी रखिया होया सी, केस भी होणगे पग दे थले, पर सिक्खी तो बिल्कुल ही उल्टी चलता रहा। को सतनाम। फिर उन्होंने सिख थोड़े कह सकते हैं। इस करके पातशाह ने अज तो 400 साल पहला अपने समय दे विच ही कह दिता कि जिहड़ा केवल केस धर के पग बन के अपने सिख समझदा है वो मैनू ठीक नहीं लगता। खंडे दी पहो लवे एक मजहब रहना भला, दो में रहे ना कोई। मजहब हुंदा धर्म, कहंदे इक्को ही जे ही बन जाओ सारे। एक मजहब विच रहना चंगा है, एक धर्म विच रहना ही चंगा है, दो विच रहना चंगा नहीं है। मेरो सिख कहाई के पर में पापी सोए। जेड़ा मेरा सिख कहा के ते फिर आसे पासे जांदा है भटकदा है, पातशाह कहंदे ओ पापी होवेगा। मम सिख है सहजी चरनी खंड। 3 तरह दे मेरे सिख है। पातशाह कहंदे सहज धारी, ਜਿਹੜੇ ਗੁਰੂ ਦੀ ਗੱਲਾਂ ਨੂੰ ਮੰਨਦੇ ਆ ਪਰ ਅੰਮ੍ਰਿਤ ਨਹੀਂ ਛਕਿਆ। ਦੂਸਰਾ ਸਿੱਖ ਹੈ ਚਰਨ ਪੌਲੀ। ਹੁਣ ਤਾਂ ਚਰਨ ਪੌਲ ਬੰਦ ਕੀਤੀ ਹੋਈ ਹੈ, ਕਿਉਂਕਿ ਪਤਾ ਨਹੀਂ ਜੇ ਚਰਨ ਪੌਲ ਚੱਲਦੀ ਰਹਿੰਦੀ ਤੇ ਪਤਾ ਨਹੀਂ ਕਿੰਨੇ ਬਾਬੇ ਬਣ ਬਹਿੰਦੇ। ਕੋ ਸਤਨਾਮ। ਔਰ ਬਹੁਤ ਸਾਰਿਆਂ ਨੇ ਤਾਂ ਜਿਵੇਂ ਧੀਰਮਲ ਵਰਗਿਆਂ ਨੇ ਮੰਜੀਆਂ ਲਾ ਲਈਆਂ ਸੀਗੀਆਂ। ਜੇ ਕੱਲੀ ਚਰਨ ਪੌਲ ਹੀ ਚੱਲਦੀ ਹੁੰਦੀ ਫਿਰ ਤਾਂ ਇਕੱਲੇ ਬੰਦੇ ਦੀ ਲੋੜ ਸੀ।
ਉਹ ਆਪ ਹੀ ਪੈਰ ਧੋ ਧੋ ਪਿਆਈ ਜਾਂਦਾ ਲੋਕਾਂ ਨੂੰ। ਕੋ ਸਤਿਨਾਮ। ਜੀ ਵਾਹਿਗੁਰੂ। ਸ਼ਾਇਦ ਇਸੇ ਕਰਕੇ 10ਵੇਂ ਪਾਤਸ਼ਾਹ ਜੀ ਨੇ ਸਿਸਟਮ ਹੀ ਬੰਦ ਕਰ ਦਿੱਤਾ, ਤਾਂ ਕਿ ਕੋਈ ਕੱਲਾ ਦਕੱਲਾ ਘਰੋਂ ਘਰੀ ਗੁਰੂ ਨਾ ਬਣ ਕੇ ਬੈਠੇ, ਤੇ ਜਿਹੜਾ ਬਣ ਕੇ ਬੈਠੇਗਾ ਉਹ ਆਪਣੀ ਕੀਤੀ ਪਾਵੇਗਾ। ਕੋ ਸਤਿਨਾਮ। ਜੀ ਵਾਹਿਗੁਰੂ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇੱਕ ਸਹਿਜਧਾਰੀ, ਇੱਕ ਚਰਨ ਪੌਲੀ ਤੇ ਇੱਕ ਖੰਡ, ਭਾਵ ਖੰਡੇ ਵਾਟੇ ਵਾਲਾ। ਜਾਤੇ ਕੇਸੀ ਹੋਏ ਸਿੱਖ ਤੀਨੋਂ ਕਰੇ ਬਿਹੰਡ। ਔਰ ਇਸ ਕਰਕੇ ਮੈਂ ਤਿੰਨਾਂ ਨੂੰ ਬਿਹੰਡ, ਤਿੰਨਾਂ ਨੂੰ ਖਤਮ ਕਰਕੇ ਮੈਂ ਕੇਸਾ ਧਾਰੀ ਸਿੱਖ ਨੂੰ ਪੂਰਨ ਰਹਿਤ ਬਹਿਤ ਦੇਣੀ ਕੀਤੀ ਹੈ, ਔਰ ਅਮਰ ਦੀ ਦਾਤ ਖੰਡੇ ਵਾਟੇ ਦਾ ਅੰਮ੍ਰਿਤ ਛਕਾਉਣਾ ਕੀਤਾ ਜੀ। ਮੇਰਾ ਸੋ ਜੋ ਰਾਖੀ ਰਹਿਤ ਗੁਰ ਐਸ ਮਹਿ ਦਿਸ ਦਿਨ ਰਹਿਤ। ਜਿਹੜਾ ਮੇਰਾ ਸਿੱਖ ਹੁੰਦਾ ਭਾਈ ਉਹਨੂੰ ਰਹਿਣੀ ਰਹੇ, ਸੋਈ ਸਿੱਖ ਮੇਰਾ ਸੋ ਸਹਿਬ ਮੈਂ ਤਿਸ ਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਬਿਨਾ ਨਾ ਸਿੱਝੈ ਕੋਈ, ਤਾਂ ਤੇ ਰਹਿਤ ਸੋ ਦ੍ਰਿੜ ਕਰ ਹੋਈ। ਦ੍ਰਿੜ ਮਜ਼ਬੂਤੀ ਨਾਲ ਰਹਿਣੀ ਚਾਹੀਦਾ। ਇਸ ਕਰਕੇ ਜਿਹੜਾ ਮੇਰਾ ਸਿੱਖ ਹੈ ਭਾਈ ਉਹ ਰਹਿਤ ਬਹਿਤ ਵਿੱਚ ਰਹੇ, ਉਸੇ ਨੂੰ ਮੈਂ ਆਪਣਾ ਸਮਝਦਾ ਹਾਂ। ਪਹਿਰੇ ਰਾਤ ਤੇ ਕਰੇ ਇਸ਼ਨਾਨ, ਸੁਚ ਸੰਜਮ ਸੋ ਹੋਏ ਸਬਦਾਨ। ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰੇ, ਸੁਚ ਸੰਜਮ, ਸੰਜਮ ਹੁੰਦਾ ਸਬਰ ਸੰਤੋਖ, ਲਾਲਚ ਨੂੰ ਛੱਡ ਕੇ। ਕਈ ਤਰ੍ਹਾਂ ਦਾ ਲਾਲਚ ਹੈ, ਇਹਨਾਂ ਨੂੰ ਤਿਆਗ ਕੇ ਸਬਰ ਸੰਤੋਖ ਸੰਜਮ ਵਿੱਚ ਰਹਿ ਕਰਕੇ ਸਾਵਧਾਨ ਹੋ ਕੇ। ਜਪ ਆਦਿਕ ਗੁਰਬਾਣੀ ਪਾਠ, ਪੜੇ ਗੁਰਮੁਖੀ ਤਜ 8 ਨਾਠ। ਤਜ ਅਨਠਾਠ, ਅਨਠਾਠ ਹੋਰ ਸਭ ਕੁਝ ਛੱਡ ਕੇ। ਠਾਠ ਹੁੰਦਾ ਹੈਗਾ ਹੋਰ ਤਰ੍ਹਾਂ ਦੇ ਢੰਗ, ਹੋਰ ਤਰ੍ਹਾਂ ਦੇ ਬਨਾਉਟੀ ਪਖੰਡ ਛੱਡ ਕਰਕੇ ਮੇਰਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ, ਨਿਤਨੇਮ ਦਾ, ਗੁਰਬਾਣੀ ਦਾ ਪਾਠ ਕਰੇ, ਔਰ ਗੁਰਮੁਖੀ ਅੱਖਰਾਂ ਨੂੰ ਜ਼ਰੂਰ ਪੜ੍ਹੇ। ਭਾਵੇਂ ਕਿ ਲੋਕਾਂ ਦਾ ਖਿਆਲ ਹੋ ਗਿਆ ਹੈ ਬਈ ਅੰਗਰੇਜ਼ੀ ਜੇ ਸਿੱਖਣਗੇ ਤੇ ਫਿਰ ਬਾਹਰ ਜਾਣਗੇ, ਇਸ ਕਰਕੇ ਅੰਗਰੇਜ਼ੀ ਸਕੂਲਾਂ 'ਚ ਹੀ ਪੜ੍ਹਾ ਲਈਏ। ਪਰ ਕਈ ਬੱਚਿਆਂ ਨੂੰ ਦੇਖਿਆ, ਅੰਗਰੇਜ਼ੀ ਪੜ੍ਹਨ ਵਾਲੇ ਬੱਚਿਆਂ ਨੂੰ ਨਾ ਤਾਂ ਏਕਾ ਦੂਆ ਆਉਂਦਾ ਹੈ, ਉਹ ਵੀ 1 2 3 'ਚ ਹੀ ਆਉਂਦਾ, ਮਤਲਬ ਪੰਜਾਬੀ ਗੁਰਮੁਖੀ 'ਚ ਨਹੀਂ ਆਉਂਦਾ। ਤੇ ਜਿਹੜਾ ਊੜਾ ਆੜਾ ਪੰਜਾਬੀ ਉਹ ਤਾਂ ਆਉਂਦੀ ਨਹੀਂ ਉਹਨਾਂ ਨੂੰ। ਕੋਈ ਸਤਿਨਾਮ। ਫਿਰ ਉਹ ਗੁਰਬਾਣੀ ਨਾਲ ਕਿਵੇਂ ਜੁੜਨਗੇ? ਠੀਕ ਹੈ, ਸਤਿਕਾਰਯੋਗ ਹੈ, ਭਾਸ਼ਾਵਾਂ ਸਾਰੀਆਂ ਸਿੱਖੋ, ਪਰ ਸਾਡੀ ਭਾਸ਼ਾ ਗੁਰਬਾਣੀ ਪੜ੍ਹਨ ਵਾਸਤੇ ਇਹ ਜ਼ਰੂਰ ਸਿੱਖਣੀ ਪੈਣੀ ਆ। ਕੋਈ ਸਤਿਨਾਮ। ਭਾਵੇਂ ਕਿ ਇਸ ਬਾਣੀ ਦੇ ਬਹੁਤ ਸਾਰੇ ਉਲਟੇ ਵੀ ਹੋ ਗਏ ਦੂਜੀਆਂ ਭਾਸ਼ਾਵਾਂ ਦੇ ਵਿੱਚ, ਪਰ ਜਿਹੜਾ ਮੂਲ ਗੁਰਮੁਖੀ ਵਿੱਚ ਅਰਥ ਨਿਕਲਣਗੇ, ਹੋ ਸਕਦਾ ਦੂਜੀ ਭਾਸ਼ਾ ਵਿੱਚ ਜਾ ਕੇ ਉਹ ਨਾ ਨਿਕਲੇ। ਕੋਈ ਸਤਿਨਾਮ। ਇਸ ਕਰਕੇ ਗੁਰਮੁਖੀ ਸਿੱਖਣੀ ਬੜੀ ਜ਼ਰੂਰੀ ਹੈ। ਗੁਰਮੁਖੀ ਅੱਖਰ ਜੋ ਲਿਖੇ, ਸਿੱਖ ਸਿੱਖ ਤੇ ਜਾਏ ਸਿੱਖੇ, ਸਿੱਖੈ ਆਪ ਅਵਰ ਸਿਖਾਵੇ। ਭਾਵ ਪਾਤਸ਼ਾਹ ਨੇ ਕਿੰਨਾ ਪ੍ਰਚਾਰ ਕਰਨ ਦੀ ਲੋੜ ਸਮਝੀ ਕਿ ਜਿਹੜੇ ਗੁਰਮੁਖੀ ਅੱਖਰ ਹੈ, ਸਿੱਖ ਦਾ ਬੱਚਾ ਸਿੱਖ ਤੋਂ ਸਿੱਖੇ, ਤੇ ਜਿਹੜਾ ਜਾਣਦਾ ਉਹ ਅੱਗੇ ਸਿਖਾਉਣੇ ਕਰੇ। ਕਹੋ ਸਤਿਨਾਮ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਮੇਰਾ ਸਿੱਖ ਜਿਹੜਾ ਹੈ ਇਹ ਗੁਰਮੁਖੀ ਅੱਖਰਾਂ ਨੂੰ ਜ਼ਰੂਰ ਜਾਣੇ ਜੀ। ਸਤਿਗੁਰੂ ਅਰ ਸਤਿਗੁਰ ਬਾਖਨ ਧਾਰੈ, ਔਰ ਬਿਆਦ ਸਮ ਸਗਰੀ ਤਾਰੈ। ਸ਼ਰੁੱਤ, ਸ਼ਤਰੂ ਨਹੀਂ ਸ਼ਰੁੱਤ, ਕੰਨਾਂ ਦੇ ਨਾਲ ਸਤਿਗੁਰ ਦੇ ਬਚਨਾਂ ਨੂੰ ਧਾਰਨ ਕਰੇ। ਸ਼ਰੁਤੀ ਦਾ ਦੂਸਰਾ ਅਰਥ ਵੇਦ ਗ੍ਰੰਥ ਵੀ ਹੁੰਦੇ ਆ, ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ, ਗੁਰਬਾਣੀ ਦੇ ਬਚਨਾਂ ਨੂੰ, ਗੁਰੂ ਦੇ ਬਚਨਾਂ ਨੂੰ ਸ਼ਰੁਤੀ ਹੁੰਦਾ ਹੈਗਾ। ਵੇਦਾਂ ਦੇ ਵਿੱਚ ਲਿਖੀਆਂ ਹੋਈਆਂ ਚੌਪਈਆਂ ਦੋਹਰੇ, ਉਹਨਾਂ ਨੂੰ ਸ਼ਰੁਤੀ ਕਹਿੰਦੇ ਆ। ਇਸੇ ਕਰਕੇ ਕੰਨ ਨੂੰ ਸ਼ਰੋਤ ਕਿਹਾ। ਤਾਂ ਕੰਨਾਂ ਦੇ ਨਾਲ ਗੁਰੂ ਦੇ ਬਚਨਾਂ ਨੂੰ ਧਾਰਨ ਕਰੇ, ਔਰ ਵਿਆਜ ਸਮ ਸਗਰੀ ਟਾਰੇ, ਬਾਕੀ ਸਭ ਨੂੰ ਬਿਮਾਰੀ ਛੱਡ ਸਮਝ ਕੇ ਤਿਆਗ ਦੇਵੇ। ਭਾਵ ਬਾਕੀ ਵਿਕਾਰਾਂ ਦੀਆਂ ਗੱਲਾਂ, ਚੁਗਲੀ, ਨਿੰਦਿਆ, ਹੋਰ ਸਭ ਕੁਝ ਛੱਡ ਕੇ ਗੁਰ ਕੀ ਨਿੰਦਾ ਸੁਣੇ ਨਾ ਕਾਣ, ਇੱਦਾਂ ਦਾ ਵੀ ਬਚਨ ਹੈ। ਇਹ ਬਚਨ ਜਿਹੜੇ ਹਨ ਭਾਈ ਪ੍ਰਹਿਲਾਦ ਸਿੰਘ, ਭਾਈ ਚੌਂਪਾ ਸਿੰਘ ਤੇ ਭਾਈ ਹੋਰ ਇਸ ਤਰ੍ਹਾਂ ਦੇ ਗੁਰਮੁਖ ਹੋਏ ਨੇ ਕੁਝ, ਉਹਨਾਂ ਨੇ ਗੁਰੂ ਪਿਆਰਿਓ ਇਹ ਗੁਰੂਆਂ ਦੇ ਬਚਨਾਂ ਨੂੰ ਆਪਣੇ ਸ਼ਬਦਾਂ ਵਿੱਚ ਢਾਲ ਕੇ ਲਿਖਿਆ ਹੋਇਆ ਹੈ। ਜਿਹੜਾ ਆਪਾਂ ਦੋਹਰਾ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਇਹ 10ਵੇਂ ਪਾਤਸ਼ਾਹ ਨੇ ਉਦੋਂ ਵਾਰਤਾ ਵਿੱਚ ਗੱਲਾਂ ਕਹੀਆਂ ਸਨ। ਜਿਸ ਵੇਲੇ ਗੱਦੀ ਦਿੱਤੀ ਗਈ, ਉਸ ਵੇਲੇ ਵਾਰਤਾ ਜਦ ਸੁਣਾਈ ਗਈ ਵੀ ਲਓ ਵੀ ਸਿੰਘੋ ਅੱਜ ਤਾਂ ਹੁਕਮ ਹੈ ਸਭ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ। ਪਹਿਲਾਂ ਆਪ ਜੀ ਨੇ ਟੇਕਿਆ, ਫਿਰ ਸੰਗਤਾਂ ਨੇ ਟੇਕਿਆ।
ਉਹਦੇ ਵਿੱਚ ਸਤਿਗੁਰਾਂ ਦੇ ਕੋਲ ਕਵੀ ਜਨ ਬੈਠੇ ਸਨ। ਉਹਨਾਂ ਕਵੀ ਜਨਾਂ ਨੇ ਸਤਿਗੁਰਾਂ ਦੇ ਉਹਨਾਂ ਬਚਨਾਂ ਨੂੰ ਇਸ ਦੋਹਰੇ ਵਿੱਚ ਬੰਨ੍ਹ ਦਿੱਤਾ। ਜੇ ਹੁਣ ਆਪਾਂ ਅਰਦਾਸ ਵੇਲੇ ਗੱਲੀ ਬਾਤੀ ਸੁਣਾਈਏ ਵੀ ਗੁਰੂ ਦਾ ਹੁਕਮ ਹੋਇਆ ਭਾਈ ਗ੍ਰੰਥ ਸਾਹਿਬ ਮੰਨਿਆ ਕਰੋ ਗੁਰੂ, ਤਾਂ ਉਸ ਨੂੰ ਇੱਕ ਸ਼ਬਦ ਬਣਾ ਦਿੱਤਾ ਜਿਹੜਾ ਆਪਾਂ ਸਹਿਜੇ ਹੀ ਹਰ ਅਰਦਾਸ ਵਿੱਚ ਗਾ ਸਕਦੇ ਹਾਂ। ਕੋਈ ਸਤਿਨਾਮ। ਕਈ ਲੋਕ ਪੁੱਛ ਲੈਂਦੇ ਆ ਇਹ ਤਾਂ ਤੁਹਾਡੀ ਬਾਣੀ ਵਿੱਚ ਲਿਖਿਆ ਹੀ ਨਹੀਂਗਾ, ਜਿਹੜਾ ਦੋਹਰਾ ਗਾਉਣੇ ਉਹ ਕਿੱਥੇ ਲਿਖਿਆ? ਇਹ ਭਾਈ ਪ੍ਰਹਿਲਾਦ ਸਿੰਘ, ਚੌਂਪਾ ਸਿੰਘ ਆਦਿ ਜੋ ਸਿੰਘ ਹੋਏ ਨੇ, ਉਹਨਾਂ ਸਿੰਘਾਂ ਨੇ ਉਹਨਾਂ ਆਪਣੇ ਰਹਿਤਨਾਮਿਆਂ ਵਿੱਚ ਲਿਖਿਆ ਹੋਇਆ। ਕੋਈ ਸਤਿਨਾਮ। ਉੱਥੋਂ ਅਸੀਂ ਲੈ ਕੇ ਇਹਨੂੰ ਅਰਦਾਸ ਦੇ ਨਾਲ ਜੋੜਿਆ ਹੈ। ਤੋ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ ਅੱਗੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖ ਦਾ ਬਚਨ ਕਰਮ ਹੈ, ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰੇ। ਬਾਕੀ ਗੱਲਾਂ ਨੂੰ ਜੋ ਸੰਸਾਰ ਦੀਆਂ ਗੱਲਾਂ ਹੈ ਬਿਮਾਰੀ ਸਮਝ ਕੇ, ਜਿਵੇਂ ਬਿਮਾਰੀ ਨੂੰ ਆਪਾਂ ਸਰੀਰ ਚੋਂ ਕੱਢਣਾ ਚਾਹੁੰਦੇ ਆ, ਇਸੇ ਤਰ੍ਹਾਂ ਹੀ ਵਿਸ਼ੇ ਵਿਕਾਰਾਂ ਦੀਆਂ, ਨਿੰਦਿਆ ਚੁਗਲੀ ਦੀਆਂ, ਹੋਰ ਈਰਖਾ ਦੂਈ ਦਵੈਤ ਦੀਆਂ, ਭੇਦ ਭਾਵ ਦੀਆਂ ਗੱਲਾਂ ਨੂੰ ਤਿਆਗ ਦੇਵੇ ਜੀ। ਨਹੀਂ ਪਾਰਸੀ ਅਰਬੀ ਪੜੈ, ਮੁਖ ਤੇ ਨਿਸ ਦਿਨ ਗੁਰ ਗੁਰ ਰੜੈ। ਔਰ ਭਾਵੇਂ ਕਿ ਸਾਰੀਆਂ ਭਾਸ਼ਾਵਾਂ ਪੜ੍ਹੇ, ਇੱਥੇ ਭਾਈ ਸਾਹਿਬ ਜੀ ਲਿਖਦੇ ਹਨ ਕਿ ਫਾਰਸੀ ਅਰਬੀ ਭਾਵੇਂ ਨਾ ਪੜ੍ਹੇ, ਪਰ ਐਸੀ ਗੱਲ ਨਹੀਂ ਹੈ, ਗੁਰੂ ਨੂੰ ਜ਼ਰੂਰ ਪੜ੍ਹੇ। ਭਾਵੇਂ ਭਾਸ਼ਾਵਾਂ ਸਾਰੀਆਂ ਸਿੱਖੇ, ਮੇਰੇ ਪ੍ਰੀਤਮ ਨੇ ਸਾਰੀਆਂ ਭਾਸ਼ਾਵਾਂ ਸਿੱਖੀਆਂ, ਫਾਰਸੀ ਦੇ ਵਿੱਚ ਉਹਨਾਂ ਲਈ ਬੜੇ ਬਚਨ ਹਨ। ਜਫਰਨਾਮਾ ਫਾਰਸੀ ਦੇ ਵਿੱਚ ਹੀ ਹੈ। ਕੋਈ ਸਤਿਨਾਮ। ਇਸ ਕਰਕੇ ਭਾਵੇਂ ਇਹਨਾਂ ਅੱਖਰਾਂ ਨੂੰ ਪੜ੍ਹੇ, ਪਰ ਤਰਜੀਹ ਗੁਰਮੁਖੀ ਨੂੰ ਦੇਵੇ। ਮਹਾਨ ਗੁਰਮੁਖੀ ਹੈ, ਗੁਰਮੁਖੀ ਰਾਹੀਂ ਸਾਡਾ ਜੀਵਨ ਸਫਲਾ ਹੋਣਾ। ਨਹੀਂ ਤੁਰਕ ਕੋ ਸੀਸ ਨਿਵਾਵੈ, ਨਹਿ ਸੰਗਤ ਬਠੇ ਨਹਿ ਖਾਵੈ। ਇਸ ਕਰਕੇ ਤੁਰਕਾਂ ਦੀ ਸੰਗਤ ਵਿੱਚ ਨਾ ਬੈਠੇ, ਮੁਗਲਾਂ ਦੀ ਸੰਗਤ ਵਿੱਚ ਨਾ ਬੈਠੇ। ਉਹ ਤੁਰਕ ਜਿਹੜੇ ਕਿ ਗੁਰੂ ਘਰ 'ਤੇ ਹਮਲਾ ਕਰਦੇ ਰਹੇ ਆ, ਉਹਨਾਂ ਦੀ ਗੱਲ ਹੈ। ਪਰ ਮੈਂ ਇੱਥੇ ਗੱਲ ਕਹਿਣਾ ਵੀ ਮੁਸਲਮਾਨਾਂ ਦੇ ਵਿੱਚੋਂ ਤਾਂ ਬਹੁਤ ਸਾਰੇ ਮੁਸਲਮਾਨ ਗੁਰੂ ਕੇ ਸਿੱਖ ਹੋਏ ਨੇ। ਇਸ ਕਰਕੇ ਸਾਰੇ ਮੁਸਲਮਾਨਾਂ ਨੂੰ ਨਹੀਂ ਕਿਹਾ ਜਾ ਸਕਦਾ, ਪਰ ਇਹ ਗੱਲ ਹੈ ਕਿ ਜਿਹੜਾ ਰਹਿਤੀਆ ਹੈ, ਖਾਲਸਾ ਹੈ, ਅੰਮ੍ਰਿਤਧਾਰੀ ਹੈ, ਗੁਰੂ ਕਾ ਸਿੱਖ ਹੈ, ਜਿਹੜਾ ਕਿਸੇ ਤਰ੍ਹਾਂ ਵੀ ਉਹ ਜਿਹੜਾ ਹੈ ਆਪਣਾ ਬਣਾਇਆ ਭੋਜਨ ਛਕੇ, ਉਹਨਾਂ ਦਾ ਬਣਾਇਆ ਉਹਨਾਂ ਦੇ ਵਿੱਚ ਬੈਠ ਕੇ ਨਾ ਖਾਵੇ ਜੀ। ਚਾਕਰ ਬਨੇ ਜੀਵ ਕਾਹਿਤ, ਤਰੇ ਸ਼ਾਸਤਰ ਰਣ ਰਹੇ ਸੁਚੇਤ। ਜੇ ਨੌਕਰੀ ਕਰਦਾ ਹੈ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਮੁਸਲਮਾਨਾਂ ਦਾ ਰਾਜ ਸੀਗਾ, ਤੇ ਮੁਸਲਮਾਨਾਂ ਦੇ ਰਾਜ ਦੇ ਵਿੱਚ ਬਹੁਤ ਸਾਰੇ ਸਿੱਖ ਵੀ, ਹਿੰਦੂ ਵੀ ਨੌਕਰ ਹੁੰਦੇ। ਜਿਵੇਂ ਸੁੱਚਾਨੰਦ ਵਜੀਦੇ ਕੋਲ ਨੌਕਰੀ ਕਰਦਾ ਸੀਗਾ। ਹੁਣ ਉੱਥੇ ਦੱਸੋ ਵੀ ਮਲੇਰਕੋਟਲੇ ਵਾਲੇ ਨੂੰ ਮਾੜਾ ਕਹੀਏ ਕਿ ਸੁੱਚੇ ਨੰਦ ਨੂੰ ਕਹੀਏ? ਕੋ ਸਤਨਾਮ। ਜੇ ਇੱਥੇ ਤੁਰਕ ਲਿਖ ਦਿੱਤਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਮੁਸਲਮਾਨ ਮਾੜੇ ਹੈ। ਸਭ ਤੋਂ ਪਹਿਲਾ ਸਿੱਖ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰੂ ਪਿਆਰਿਓ ਚੌਧਰੀ ਬਣਿਆ ਹੈ ਨਨਕਾਣਾ ਸਾਹਿਬ ਦਾ। ਉਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਮਰਦਾਨਾ ਜੀ ਬਣੇ ਨੇ। ਜੇ ਆਪਾਂ ਸਾਰਿਆਂ ਚੁਣ ਚੁਣ ਕੇ ਗਿਣਤੀ ਕਰੀਏ ਤੇ ਕਈ ਸੌ ਹੋ ਜਾਣੇ ਆ। ਕੋਈ ਸਤਨਾਮ। ਗਣੀ ਖਾਂ ਨਬੀ ਖਾਂ, ਉਹਨਾਂ ਨੇ ਔਖੇ ਵੇਲੇ ਸਤਿਗੁਰਾਂ ਦੀ ਮਦਦ ਕੀਤੀ ਹੈ। ਪਰ ਇੱਕ ਹਿੰਦੂ ਘੋੜੀਆਂ ਦਾ ਵਪਾਰੀ ਸੀਗਾ, ਉਹਦੇ ਕੋਲੋਂ ਪਾਤਸ਼ਾਹ ਨੇ ਘੋੜੀ ਮੰਗੀ ਆ। ਲੁਧਿਆਣੇ ਦੇ ਕੋਲ ਦੀ ਲੰਘਦਿਆਂ ਹੋਇਆਂ ਪਿੱਛੇ ਪਿੰਡ ਆਇਆ ਇੱਕ, ਕਿਉਂਕਿ ਮਾਛੀਵਾੜ ਤੋਂ ਪਲੰਘੇ ਤੇ ਬੈਠੇ ਗਣੀ ਖਾਂ ਨਬੀ ਖਾਂ ਮੂਹਰੇ ਮੰਜਾ ਚੱਕਿਆ, ਪਿੱਛੇ ਸਿੰਘਾਂ ਨੇ ਚੱਕਿਆ। ਇੱਕ ਸਿੰਘ ਨੇ ਚੌਰ ਸਾਹਿਬ ਕੀਤਾ, ਮੁਗਲਾਂ ਦੀ ਫੌਜ ਨੇ ਰੋਕਿਆ, ਪੁੱਛਿਆ ਕੌਣ ਹੈ ਇਹ, ਤੇ ਉਹਦਾ ਜਵਾਬ ਫਿਰ ਮੁਗਲਾਂ ਨੇ ਦਿੱਤਾ ਨਾ, ਬਈ ਇਹ ਤਾਂ ਉੱਚ ਕੇ ਪੀਰ ਹਨ। ਕੋ ਸਤਨਾਮ। ਔਰ ਉਹਨਾਂ ਦੇ ਪਲੰਘੇ ਨੂੰ ਉੱਥੋਂ ਲੰਘਾ ਕਰਕੇ ਲੈ ਕੇ ਆਂਦਾ, ਤੇ ਅੱਗੇ ਇੱਕ ਟੱਕਰ ਗਿਆ ਵਪਾਰੀ ਪੁਰਾਣਾ ਘੋੜੀਆਂ ਦਾ, ਜਿਹੜਾ ਪਾਤਸ਼ਾਹ ਕੋਲੇ ਆਉਂਦਾ ਜਾਂਦਾ ਸੀ। ਤੇ ਉਹਨੂੰ ਕਹਿਣ ਲੱਗੇ ਵੀ ਐ ਕਰ, ਸਾਡੇ ਸਿੱਖ ਥੱਕ ਗਏ ਹਨ ਮੰਜਾ ਚੱਕਦੇ, ਸਾਨੂੰ ਘੋੜੀ ਦੇ ਦੇ। ਉਹ ਘਰੇ ਗਿਆ ਤੇ ਖੱਚਰ ਖੜੀ ਸੀ ਘਰੇ, ਵਪਾਰੀ ਸੀਗਾ, ਖੱਚਰਾਂ ਵੀ ਸੀ ਘੋੜੀਆਂ ਵੀ ਸੀ। ਕਾਲੀ ਘੋੜੀ ਬੜੀ ਸੁੰਦਰ ਖੜੀ ਸੀ, ਉੱਚੇ ਕੱਦ ਵਾਲੀ, ਤੇ ਖੱਚਰ ਵੀ ਖੜੀ ਸੀ। ਖੱਚਰ ਲਿਆਇਆ ਕਿਉਂ? ਕਿਉਂਕਿ ਗੁਰੂ ਸਾਹਿਬ ਤਾਂ ਉਜੜੇ ਹੋਏ ਆ, ਹੁਣ ਅਨੰਦਪੁਰ ਉਜੜ ਗਿਆ, ਪਤਾ ਨਹੀਂ ਕੋਈ ਕਿਧਰੇ ਗਿਆ, ਪਤਾ ਨਹੀਂ ਘੋੜੀ ਮੁੜੇ ਕਿ ਨਾ ਮੁੜੇ। ਕਹੋ ਸਤਨਾਮ। ਖੱਚਰ ਲਿਆਇਆ ਤੇ ਖੱਚਰ ਲਿਆ ਕੇ ਪੇਸ਼ ਕਰਤੀ। ਕਹਿੰਦੇ ਲਓ ਜੀ ਪਾਤਸ਼ਾਹ, ਕਹਿੰਦੇ ਮੇਰੇ ਚੜ੍ਹਨ ਵਾਲੀ ਆ, ਤੈਨੂੰ ਘੋੜੀ ਕਹੀ ਸੀ? ਕਹਿੰਦੇ ਜੀ ਘੋੜੀ ਤਾਂ ਮੇਰਾ ਜਵਾਈ ਲੈ ਗਿਆ। ਕਹੋ ਸਤਨਾਮ। ਕਹਿੰਦੇ ਫਿਰ ਲੈ ਗਿਆ ਤੇ ਲੈ ਗਿਆ ਹੋਊਗਾ, ਇਹਨੂੰ ਵੀ ਲੈ ਜਾ ਆਪਦੀ ਨੂੰ।
ਉੱਥੋਂ ਮੋੜ ਕੇ ਲੈ ਗਿਆ ਤੇ ਘਰੇ ਲਿਜਾ ਕੇ ਜਦ ਖੱਚਰ ਨੂੰ ਬੰਨ੍ਹਿਆ ਤਵੇਲੇ 'ਚ, ਜਿੱਥੇ ਹੋਰ ਘੋੜੀਆਂ ਖੜੀਆਂ ਸਨ, ਖੱਚਰਾਂ ਖੜੀਆਂ ਸੀਗੀਆਂ, ਤੇ ਉੱਥੇ ਘੋੜੀ ਜਿਹੜੀ ਆ ਕਾਲੇ ਰੰਗ ਵਾਲੀ ਉਹ ਲੰਮੀ ਪਈ ਆ। ਘੋੜੇ ਬਹੁਤ ਘੱਟ ਬਹਿੰਦੇ ਆ, ਲੇਟਾ ਪਲਸੇਟਾ ਮਾਰ ਕੇ ਫਿਰ ਖੜੇ ਹੋ ਜਾਂਦੇ ਆ। ਈਸਰੇ ਵਪਾਰੀ ਨੇ ਜਾ ਕੇ ਘੋੜੀ ਨੂੰ ਠੇਡਾ ਮਾਰਿਆ ਖੜੀ ਕਰਨ ਵਾਸਤੇ, ਉਹ ਖੜੀ ਨਾ ਹੋਈ। ਦੂਜਾ ਠੇਡਾ ਮਾਰਿਆ ਪੈਰ ਕੋਲੇ ਹੋ ਕੇ, ਤੇ ਪੈਰ ਕੋਲੇ ਕਾਲਾ ਨਾਗ ਬੈਠਾ ਸੀਗਾ, ਤੇ ਇਹਦਾ ਠੇਡਾ ਉਹ ਸੱਪ ਦੇ ਵੱਜਿਆ ਜਾ ਕੇ। ਕੋਈ ਸਤਨਾਮ ਹਨੇਰੇ ਦੇ ਵਿੱਚ, ਤੇ ਉਹ ਸੱਪ ਨੇ ਲੈਂਦੇ ਨੇ ਡਾਂਗੇ ਦੇ ਮਾਰਿਆ। ਘੋੜੀ ਨੂੰ ਤਾਂ ਵੱਡਾ ਜਵਾਈ ਲੈ ਹੀ ਗਿਆ, ਇਹਨੂੰ ਵੀ ਲੈ ਗਿਆ ਨਾਲ ਹੀ। ਕੋਈ ਸਤਨਾਮ। ਇਸ ਕਰਕੇ ਜਿਹੜੇ ਹਨ ਨੌਕਰੀ ਕਰਦੇ ਆ ਤੁਰਕਾਂ ਦੇ, ਉਹ ਨੌਕਰੀ ਭਾਵੇਂ ਆਪਣੀ ਵਾਸਤੇ ਕਰਦੇ ਆ ਜੀਵਕਾ ਵਾਸਤੇ, ਪਰ ਸ਼ਾਸਤਰ ਨਾ ਤਿਆਗਣ, ਸਿੱਖੀ ਲਿਬਾਸ ਨਾ ਤਿਆਗਣ, ਆਪਣੇ ਬਾਣੇ ਵਿੱਚ ਜ਼ਰੂਰ ਰਹਿਣ, ਸ਼ਾਸਤਰਾਂ ਨੂੰ ਧਾਰਨ ਕਰਕੇ ਰਹਿਣ, ਸਿੱਖੀ ਵਿੱਚ ਸੁਚੇਤ ਰਹਿਣ। ਬਾਬੂ ਨਾ ਠਹਿਰੇ ਲੋਭੀ ਮੀਤ, ਸਿੱਖ ਪਹਾੜੀ ਕਰੇ ਨਾ ਪ੍ਰੀਤ। ਮੇਰਾ ਸਿੱਖ ਪਹਾੜੀਏ ਨਾਲ ਕਦੇ ਪ੍ਰੀਤ ਨਾ ਕਰੇ। ਪਹਾੜੀਏ ਜਿਹੜੇ ਹਨ ਧੋਖੇਬਾਜ਼ ਹਨ। ਸਿੱਖ ਜਿਹੜਾ ਹੈ ਇਹਨਾਂ ਪਹਾੜੀਆਂ ਤੇ ਭਰੋਸਾ ਨਾ ਕਰੇ ਜੀ। ਚਾਰ ਵਰਣ ਸੋ ਵਰਤੇ ਐਸੇ, ਸੁਨੋ ਸਿੱਖ ਮਮ ਬਚੈ ਜੈਸੇ। ਇਸ ਕਰਕੇ ਮੇਰਾ ਸਿੱਖ ਸੰਸਾਰ ਨਾਲ ਕਿਵੇਂ ਵਰਤੇ ਸੁਣਨਾ ਕਰੋ ਜੀ। ਬਾਮਣ ਚਰਨ ਬਾਹੁਲੀ ਹੋਵੇ, ਅਥਵਾ ਸਹਿਜੇ ਸਿੱਖੀ ਜੋਵੈ। ਬ੍ਰਾਹਮਣਾਂ ਦੇ ਵਿੱਚੋਂ ਜੇ ਕੋਈ ਗੁਰੂ ਕਾ ਸਿੱਖ ਬਣ ਗਿਆ, ਮੇਰੋ ਸਿੱਖ ਆਨ ਸਭ ਤਿਆਗੈ, ਭੇਖੀ ਬ੍ਰਾਹਮਣ ਦਾਨ ਨ ਲਾਗੈ। ਤਾਂ ਉਸ ਦੇ ਨਾਲ ਭਾਵੇਂ ਸਿੱਖ ਵਰਤੇ, ਪਰ ਜੇ ਬ੍ਰਾਹਮਣ ਸਿੱਖ ਬਣ ਗਿਆ ਜੀ, ਉਹ ਸਿੱਖ ਨਹੀਂ ਬਣਿਆ, ਫਿਰ ਵਰਤਨ ਦੀ ਲੋੜ ਨਹੀਂ। ਭੇਖੀ ਬ੍ਰਾਹਮਣ ਨੂੰ ਦਾਨ ਦੇਣ ਦੀ ਲੋੜ ਨਹੀਂ ਹੈ। ਤਿਜ ਲੋਭੀ ਨੈ ਨਿਕਟ ਬੁਲਾਵੈ, ਮੇਰੋ ਹੋਇਸ ਮੁਖ ਨਹਿ ਲਾਵੈ। ਜਿਹੜਾ ਮੇਰਾ ਸਿੱਖ ਹੈ, ਇਹਨਾਂ ਲਾਲਚੀ ਬ੍ਰਾਹਮਣਾਂ ਦੇ ਚੱਕਰਾਂ ਵਿੱਚ ਨਾ ਪਵੇ, ਇਹਨਾਂ ਦੇ ਕੋਲ ਜਾਣ ਦੀ ਲੋੜ ਨਹੀਂ। ਭਾਵ ਇਹ ਉਹਨਾਂ ਦੀ ਗੱਲ ਹੈ ਜਿਹੜੇ ਸਾਨੂੰ ਕਰਮਕਾਂਡ ਵਗੈਰਾ ਧਾਗੇ ਤਵੀਰ ਦੱਸਦੇ ਆ। ਕੋਈ ਸਤਨਾਮ। ਇਹ ਨਹੀਂ ਹੈ ਵੀ ਇੱਥੇ ਜੇ ਕੋਈ ਬ੍ਰਾਹਮਣ ਵੀਰ ਵਿੱਚ ਬੈਠਾ ਉਹਦੇ ਵਾਸਤੇ ਕਿਹਾ, ਇਹ ਉਹਨਾਂ ਵਾਸਤੇ ਆ ਜਿਹੜੇ ਕਰਮਕਾਂਡੀ ਬ੍ਰਾਹਮਣ ਹਨ। ਜਵਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਾਵੇ ਗਹਿ ਬੇਪਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਤੇ ਬਹੁਤ ਸਾਰੇ ਬ੍ਰਾਹਮਣ ਤਾਂ ਗੁਰੂ ਕੀ ਫੌਜ ਵਿੱਚ ਸਿੰਘ ਵੀ ਸੱਜ ਗਏ ਸਨ। ਕੋ ਸਤਨਾਮ। ਇਸ ਕਰਕੇ ਬੜਾ ਹੀ ਸਮਝ ਕੇ ਕਥਾ ਨੂੰ ਸਮਝਣਾ ਪੈਣਾ ਆਪਾਂ ਨੂੰ। ਇਹ ਨਹੀਂ ਹੈ ਵੀ ਜੇ ਬ੍ਰਾਹਮਣ ਕਹਿਤਾ ਤੇ ਸਾਰਿਆਂ ਨੂੰ ਆਪਾਂ ਤਿਆਗ ਦੇਣਾ। ਜਿਹੜੇ ਗੁਰੂ ਨਾਲ ਜੁੜੇ ਹੋਏ ਆ, ਗੁਰੂ ਕੀ ਸਿੱਖੀ ਨਾਲ ਜੁੜੇ ਹੋਏ ਆ, ਉਹਨਾਂ ਦੀ ਗੱਲ ਨਹੀਂ, ਉਹਨਾਂ ਕਰਮਕਾਂਡੀਆਂ ਦੀ ਗੱਲ ਹੈ। ਜਿਹੜੇ ਲੋਭੀ ਲਾਲਚੀ ਹਨ, ਉਹਨਾਂ ਦੇ ਕੋਲ ਮੇਰਾ ਸਿੱਖ ਕਦੇ ਨਾ ਜਾਵੇ, ਉਹਨਾਂ ਨੂੰ ਮੂੰਹ ਨਾ ਲਾਵੇ। ਸਰਵਰ ਗੁਗਾ ਆਦ ਜੀ ਪੀਰ, ਤਿਜ ਤਿਜਨੀ ਸੇਵੇ ਹੋਏ ਪੀਰ। ਔਰ ਜੇ ਕੋਈ ਸਰਵਰੀਏ ਨੂੰ, ਗੁੱਗੇ ਨੂੰ, ਇਹਨਾਂ ਪੀਰਾਂ ਨੂੰ ਮੰਨਦਾ ਹੈ, ਚਾਹੇ ਬ੍ਰਾਹਮਣ ਹੋਵੇ ਚਾਹੇ ਬ੍ਰਾਹਮਣੀ ਹੋਵੇ, ਇਹਨਾਂ ਨੂੰ ਮੰਨਦਾ ਹੈ, ਤੇ ਉਹ ਵੀ ਚੰਗੇ ਨਹੀਂ ਹੈ, ਤੇ ਸਿੱਖ ਵੀ ਇਹਨਾਂ ਨੂੰ ਨਾ ਮੰਨੇ। ਆਪ ਜੀ ਨੂੰ ਪਤਾ ਹੋਣਾ, 6ਵੇਂ ਪਾਤਸ਼ਾਹ ਜੀ ਦੇ ਵੇਲੇ ਇੱਕ ਜ਼ਿਮੀਂਦਾਰ ਗੁਰੂ ਕਾ ਸਿੱਖ ਸੀਗਾ, ਜਾ ਰਿਹਾ ਸੀ ਕਿਸੇ ਯਾਤਰਾ ਤੇ। ਰਸਤੇ ਵਿੱਚ ਇੱਕ ਜ਼ਿਮੀਂਦਾਰ ਜਿਹੜਾ ਹੈ ਉਹ ਖੇਤੀਬਾੜੀ ਕਰ ਰਿਹਾ, ਕੋਲ ਉਹਦਾ ਲੜਕਾ ਵੀ ਖੇਤੀਬਾੜੀ ਕਰ ਰਿਹਾ। ਦੋਨੇ ਬੈਠੇ ਟਾਹਲੀ ਛਾਵੇਂ ਪਾਣੀ ਪੀਣ ਖੜ ਗਏ ਆ। ਜਾਂਦਾ ਜਾਂਦਾ ਥਕੇਵਾਂ ਲਾਉਣ ਵਾਸਤੇ ਖੜ ਗਏ ਆ। ਭਾਈਚਾਰਾ ਵੇਖ ਕੇ ਗੱਲਾਂ ਬਾਤਾਂ ਚੱਲੀਆਂ। ਇਹ ਬੱਚਾ ਜੀ ਆਪਣਾ ਹੀ ਹੈ। ਅੱਛਾ, ਸਿਆਣਾ ਹੈ? ਹਾਂਜੀ। ਚੱਲ ਮੈਂ ਇਹਨੂੰ ਆਪਣੀ ਲੜਕੀ ਦਾ ਸਾਕ ਕਰੂੰਗਾ। ਕੁਛ ਐਂ ਪਹਿਲਾਂ ਇੱਦਾਂ ਹੀ ਗੱਲਬਾਤ ਕਰ ਜਾਂਦੇ ਸੀ, ਤੇ ਉਹ ਗੱਲ ਪੱਕੀ ਹੁੰਦੀ ਸੀ, ਲੋਹੇ ਤੇ ਲਕੀਰ। ਉਹ ਕਹਿਣ ਲੱਗਾ ਜੀ ਠੀਕ ਆ। ਪਿੰਡ ਪੁੰਡ ਪੁੱਛ ਲਿਆ, ਸਾਰਾ ਗੱਲਬਾਤ ਹੋ ਗਈ ਪੱਕੀ। ਘਰੇ ਆ ਕੇ ਮੈਨੂੰ ਦੱਸਤਾ ਕਿ ਮੈਂ ਆਪਣੀ ਲੜਕੀ ਦੀ ਸ਼ਾਦੀ ਜਿਹੜੀ ਹੈ ਫਲਾਣੇ ਪਿੰਡ ਦਾ ਇੱਕ ਮੁੰਡਾ ਉੱਥੇ ਕਰਤੀ। ਬੱਚੀਆਂ ਵੀ ਕਹਿੰਦੇ ਠੀਕ ਹੈ, ਜਿੱਥੇ ਬਾਪੂ ਕਰੇ ਆ ਠੀਕ ਕਰਕੇ ਆਇਆ ਹੋਵੇਗਾ। ਪਰ ਜਿਸ ਵੇਲੇ ਗੁਰੂ ਪਿਆਰਿਓ ਸਮਾਂ ਨੇੜੇ ਆਇਆ, ਜਿਵੇਂ ਜਿਵੇਂ ਵਿਆਹ ਦਾ ਪਤਾ ਲੱਗਿਆ ਵੀ ਉਹ ਜਿਹੜਾ ਪਰਿਵਾਰ ਹੈ ਉਹ ਤਾਂ ਸਰਵਰੀਆਂ ਨੂੰ ਪੂਜਦਾ। ਕਹੋ ਸਤਨਾਮ। ਉਹ ਬੱਚੀ ਨੂੰ ਪਤਾ ਲੱਗਿਆ, ਕਹਿੰਦੀ ਬਾਪੂ ਆਪਾਂ ਤਾਂ ਸਿੱਖ ਹਾਂ, ਆਪਾਂ ਤਾਂ ਕੀ ਕਰ ਬੈਠੇ, ਆਪਾਂ ਤਾਂ ਸਰਵਰੀਆਂ ਦੇ ਕਿਵੇਂ ਜਾਵਾਂਗੇ। ਬਾਪੂ ਕਹਿੰਦਾ ਬੇਟਾ ਆਪਾਂ ਤਾਂ ਹੁਣ ਗੱਲ ਪੱਕੀ ਕਰ ਲਈ ਆ, ਹੁਣ ਅਰਦਾਸ ਹੀ ਕਰ ਸਕਦੇ ਆ ਵੀ ਗੁਰੂ ਉਹਨਾਂ ਨੂੰ ਬਦਲ ਦੇਵੇ। ਕਹੋ ਸਤਨਾਮ। ਗੁਰੂ 'ਚ ਬੜੀ ਤਾਕਤ ਹੈ। ਤੇ ਅਰਦਾਸਾਂ ਚੱਲਦੀਆਂ ਰਹੀਆਂ, ਸ਼ਾਦੀ ਹੋ ਗਈ, ਵਿਆਹ ਕੇ ਲੈ ਚੱਲੇ। ਡੋਲੀ 4 ਜਣੇ ਚੱਕ ਕੇ ਤੁਰੇ ਜਾਂਦੇ ਆ।
अरदास उस बच्ची दी, उस बजुर्ग की इन्नी तकड़ी सी कि सतगुरु पातशाह ने उन्हें अरदास सुनी। तुरी जा रही है बरात, रस्ते में किते कीर्तन की आवाज़ आ रही है। वो बच्ची हुण गुरु की सिख सी, गुरु को आउंदी जांदी सी। तो जदों गुरु प्यारे उत्थों लंघन लगे तो बच्ची ओह डोली चक्कण वाले कुहारां नूं कहनी, भाई डोली थले रखो, मैं थोड़ा बाहर जाना। तो सुनिया भी कोई बाथरूम वगैरह जाना, उन्हें डोली रख दी। वो जिधरों आवाज़ आ रही सी बच्ची उधर नूं चली गई तो अगे दीवान सजिया होया है। तो वो लड़का खड़ा उत्थे डिक्की जाता है, पिछों उसदा बाप रल गया। कहता लड़की कहते इधर नूं गई सी, पता नहीं कीर्तन में चली गई कि और सिखां दे नाल साडा ही काम है, जा लैके आ जिथे गई आ। कोई सतनाम बजुर्ग ऐ बोलिया, क्योंकि वह सरबरियां नूं पूजदा सीगा, घरे मड़ी मठानी लगी सी सारी उन्हां दी। वो बच्चा मगर मगर गया आवाज़ दे, ते जिथे वो बच्ची पहुंची सी अगे छेवें पातशाह जी बैठे सन। कोई सतनाम दीवान सजिया होया। उदों छेवें पातशाह जी इस इलाके च आए हुए सन, भाई रूपे के इलाके च। कोई सतनाम सी। उन्होंने कहते चल खड़ी हो चलीए। पातशाह कहने बह जा पुत्त बह जा, ऐ नहीं करते होंदे जिद। ऐसा बचन प्यार नाल कहा, बह गया लड़का भी। पातशाह ने समझाया, आप सिखां दे बच्चे हाँ, सरबियां नाल की तलक अपना भी बिल्कुल नहीं पूजना इहो जिहां नूं। पातशाह ने ऐसी कृपा की, वो दोने बच्चे वापस आ गए, घरे पहुँचे। डोली घरे पहुँची, पानी पूनी वारिया, सब कुछ किया जो करते हैं रीति रिवाज। फिर कहते चलो बाबे की मठी से मत्था टेक लीए हुण आपां जोड़ी नूं लैके। वो सिंह कहन लगे आ बच्चा सिख बन गया गुरु का। कहना मैं नहीं मत्था टेकना उत्थे, असीं तां गुरु नानक दे सिख हां। कोई सतनाम। कहने मूर्ख होया तू, सारा मेल गेल बरात बरूत लड़न लगे। हुण तू पिंड दे सरबरियां दे सेवक आपां चेले हाँ, और आपां मुखी भी हाँ, चौधरी हाँ पिंड दे। चल कमला नहीं होईदा, सियाणा बनीदा। कहना मैं नहीं मत्था टेकना उत्थे, ना इहनूं टेकन देवां। असीं गुरु नानक दे सिख हाँ, असीं नहीं किते मत्था टेकना। पिंड वाले कहने कमला हो गया, बौला हो गया है। अद्धी क रात हुई चाह के कही तो घर विचों मड़ी जी ढा के पंड बनती मिट्टी की। कहो सतनाम। तड़के घरदियां ने अड्ड करता। काफ़ी समा बतीत होया तो गुरु प्यारो साल बाद उन्हों दे बच्चा हो गया। हुण बच्चे नूं लैके ओह सतगुरु छेवें पातशाह जी दे कोल पहुँच गए। चलो कहते दर्शन करेगी आपां, नाले बच्चे का नाम रखना है। तो छेवें पातशाह जी कोल आए तो छेवें पातशाह मिले, आ पुत्तरा ठीक हो? महाराज ठीक है। तुकलाणी पिंड दे सीगे, तुकलाणी पिंड दे। तुकलाणी पिंड च मुसलमान बहुत सी, ये भी उन्होंने चेले बन गए, क्योंकि जैसी संगत वैसी रंगत चल जाती है। कहने जी बाकी तो ठीक आ। कहने फिर कहने जी पिंड दियां ने भांडा टालता, घरदियां ने अड्ड करता, कहने तू सरबन मनना छड़ता। बाबा जी कहने फिर की हो गया, तुकलाणी तो थे हो जूगा, आप नवा पिंड बन दिंने आ। को सतनाम। तुकलाणी तो थे हो जूगा। अज ही तुहाडी में बच्चा भी होया, कहने बड़ा सुंदर है, बड़ा रूप चढ़िया। चल सद्धू, बच्चे का नाम सी सद्धू। चल सद्धू तेरे पिंड ते नाम ते नवा पिंड बन दिए। कहने जी बच्चे के नाम ते बन दिओ हुण। कहने चल ठीक है। फिर भाई रूपा जिहड़ा नाम है, भाई रूपा, ये भाई रूप चंद बच्चे का नाम रखा गया। सद्धू उहदा बाप सीगा, तुकलाणी थे हो गया, तो भाई रूपा अज तक वसदा। को सतनाम। इस करके सिखां नूं ये वर्जना किया है पातशाह ने कि मेरा सिख करे भी सरबरियां दे पूजा, गुग्गे की पूजा आदि नहीं करेगा, कर्मकांडी ब्राह्मणा ने भी पैरी नहीं पैना जी। इसकी संगत सिख न बैसे, दोनों दान कहाँ फल है से। इन्हां लोकां नूं दान देना भी नहीं फल है। किसी भुखे नूं रोटी खवा दिओ, किसी बीमार का इलाज करवा दिओ, पर इहो जे कर्मकांडियां नूं पैसे ना दिओ, वो ने फल हन जी। गुर गुर सिख दी निंदा करै, तिस तिज को दे सो दुख भरै। गुर गुर सिख दी निंदा करे, तिस दिज को दे सो दुख भरै। गुरु की निंदिया करके किसी ब्राह्मण नूं देना, अगे ब्राह्मण भी कहते गुरु की उल्ट चलते है। बहुत सारिया कहानियां इस विषय पर आपां फिर सरवण करांगे। आ जिहड़ी कथा 12 माह की सरवण करते हैं ना, आप 12 माह की,
ਇਹ 12 ਮਾਹਾਂ ਦੀ ਰਚਨਾ ਪਹਿਲਾਂ ਕਿੱਥੋਂ ਸ਼ੁਰੂ ਹੋਈ, ਮੈਂ ਆਪ ਜੀ ਨੂੰ ਸੁਣਾ ਦਿਆਂ। ਸੁਬਾਹ ਤਾਂ ਆਪ ਜੀ ਆਉਂਦੇ ਨਹੀਂ, ਸ਼ਾਮ ਨੂੰ ਆਪਾਂ ਮਿਲਦੇ ਹਾਂ। ਕਹਿੰਦੇ ਇੱਕ ਦਿਨ ਬ੍ਰਾਹਮਣ ਆ ਗਿਆ ਗੁਰੂ ਅਰਜਨ ਦੇਵ ਜੀ ਕੋਲ, ਕਹਿਣ ਲੱਗਿਆ ਮਹਾਰਾਜ ਮੈਂ ਤੁਹਾਡੀ ਸੰਗਤ ਨੂੰ ਮਹੀਨਾ ਸੁਣਾ ਦਿਆ ਕਰ। ਤੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਭਾਈ, ਸੁਣਾ ਦਿਆ ਕਰ। ਉਹ ਹਰ ਸੰਗਰਾਂਦ ਵਾਲੇ ਦਿਨ ਆਵੇ ਤੇ ਮਹੀਨਾ ਸੁਣਾ ਦਿਆ ਕਰੇ। ਜਦੋਂ ਸਾਲਕ ਬਤੀਤ ਹੋ ਗਿਆ ਨਾ, ਤੇ ਉਹ ਬ੍ਰਾਹਮਣ ਕਹਿਣ ਲੱਗਾ ਵੀ ਗੱਲ ਸੁਣੋ, ਸੋਨੂੰ ਮਹੀਨਾ ਤਾਂ ਮੈਂ ਸੁਣਾਉਣਾ ਤੇ ਮੱਥਾ ਤੁਸੀਂ ਗੁਰੂ ਅਰਜਨ ਦੇਵ ਟੇਕੀ ਜਾਂਦੇ ਹੋ, ਕੋਈ ਮੈਨੂੰ ਵੀ ਮੱਥਾ ਟੇਕਿਆ ਕਰੋ ਮਾੜਾ ਮੋਟਾ। ਮਕਸਦ ਤਾਂ ਆਪਦੀ ਰੋਜੀ ਰੁਜ਼ਗਾਰ ਦਾ ਸੀਗਾ। ਉਹ ਕਹਿਣ ਲੱਗਾ ਮੈਨੂੰ ਮੱਥਾ ਟੇਕਿਆ ਕਰੋ। ਇਹ ਗੱਲ ਕਿਤੇ ਨਿਕਲਦੀ ਗੁਰੂ ਸਾਹਿਬ ਕੋਲੇ ਹੀ ਪਹੁੰਚ ਗਈ। ਉਹ ਤਾਂ ਵੈਸੇ ਹੀ ਅੰਤਰਜਾਮੀ ਆ। ਅਗਲੀ ਸੰਗਰਾਂਦ 'ਤੇ ਆਇਆ ਹੀ ਨਾ, ਵੀ ਹੁਣ ਸੰਗਤਾਂ ਨੂੰ ਪੈ ਗਈ ਆਦਤ ਮਹੀਨਾ ਸੁਣਨ ਦੀ। ਬਣਾਤੀ ਨਾ ਇੱਕ ਕਰਮਕਾਂਡ ਜਿਹਾ ਬਣਾਤਾ ਵੀ ਬੀਬੀਆਂ ਨੇ ਮਹੀਨੇ ਦਾ ਨਾਂ ਨਹੀਂ ਲੈਣਾ। ਪਹਿਲਾਂ ਪੰਡਤ ਤੋਂ ਜਾਂ ਕਿਸੇ ਬੰਦੇ ਤੋਂ ਪੁੱਛਣਾ ਵੀ ਅੱਜ ਕੌਸ ਮਹੀਨਾ, ਕਿਹੜਾ ਮਹੀਨਾ ਚੜ੍ਹਿਆ। ਕਹੋ ਸਤਨਾਮ। ਪੁਰਾਣੀਆਂ ਬਜ਼ੁਰਗ ਮਾਈਆਂ ਹਜੇ ਵੀ ਜਾਣਦੀਆਂ ਹੋਈਆਂ ਪੁੱਛਦੀਆਂ, ਬਾਬਾ ਜੀ ਮਹੀਨਾ ਕਿਹੜਾ ਚੜ੍ਹਿਆ? ਫਿਰ ਸਾਨੂੰ ਲੱਗਦਾ ਵੀ ਜੇਠ ਚੜ੍ਹਿਆ ਭਾਈ। ਅੱਛਾ ਜੇਠ ਆ, ਠੀਕ ਆ ਬਾਬਾ ਜੀ। ਪਹਿਲਾਂ ਨਹੀਂ ਕਹਿਣਾ ਜੇਠ। ਇਹ ਬਾਹਮਣਾਂ ਨੇ ਜਾਣ ਬੁੱਝ ਕੇ ਬਣਾਇਆ ਸੀ ਵੀ ਬੀਬੀਆਂ ਸਾਨੂੰ ਪੁੱਛਣ ਆਉਣਗੀਆਂ, ਫਿਰ ਦਾਨ ਦਕਸ਼ਨਾ ਦੇ ਕੇ ਜਾਣਗੀਆਂ। ਜਦੋਂ ਨਾ ਆਇਆ, ਗੁਰੂ ਅਰਜਨ ਦੇਵ ਜੀ ਨੇ ਉਡੀਕਿਆ। ਕਹਿੰਦੇ ਵੀ ਅੱਜ ਉਹ ਆਇਆ ਨਹੀਂ ਪੰਡਤ। ਬਾਬਾ ਬੁੱਢਾ ਜੀ ਕਹਿੰਦੇ ਕਿਉਂ ਚੱਕਰਾਂ 'ਚ ਪਾਇਆ ਮਹਾਰਾਜ, ਸੋਨੂੰ ਕਿਹੜੀ ਗੱਲ ਦਾ ਨਹੀਂ ਪਤਾ ਗਾ। ਇਹ ਮਹੀਨਾ ਮੁੰਨਾ ਅਸੀਂ ਬਾਹਮਣ ਤੋਂ ਨਹੀਂ ਸੁਣਨਾ, ਤੁਸੀਂ ਸੁਣਾਓ ਸਾਨੂੰ ਤਾਂ। ਕਹੋ ਸਤਨਾਮ। ਫਿਰ ਪੰਜਵੇਂ ਪਾਤਸ਼ਾਹ ਨੇ 12 ਮਾਹਾਂ ਦੀ ਰਚਨਾ ਕੀਤੀ। ਕਹੋ ਸਤਨਾਮ। ਔਰ 12 ਮਾਹਾਂ ਦੀ ਰਚਨਾ ਕਰਕੇ ਸਾਨੂੰ ਉਸ ਬ੍ਰਾਹਮਣ ਦੇ ਗਲੋਂ ਹੀ ਲਾਤਾ, ਲੈ ਵੀ ਜਾ ਆਪਦੇ ਘਰੇ ਜਾ। ਅਸਲ ਦੇ ਵਿੱਚ ਉਹਨੇ ਆਪਦੇ ਥੋੜ੍ਹਾ ਰੋਜੀ ਰੋਟੀ ਵਾਸਤੇ ਕੰਮ ਚਲਾਇਆ ਸੀ, ਪਰ ਜਦੋਂ ਸਾਨੂੰ ਕੱਟਣ ਲੱਗਿਆ ਸਮਾਂ ਪਾ ਕੇ, ਇਹ ਸਿਉਂਖ ਦੀ ਨਿਆਈ ਹੁੰਦੀ ਹੈ। ਜਦੋਂ ਤਕੜੇ ਹੋ ਜਾਂਦੇ ਆ ਫਿਰ ਦਰਖਤ ਨੂੰ ਢੇਕ ਦਿੰਦੇ ਆ, ਆਪ ਕਾਮਯਾਬ ਹੋ ਜਾਂਦੇ ਆ। ਇਸ ਕਰਕੇ 10ਵੇਂ ਪਾਤਸ਼ਾਹ ਇੰਨਾ ਜ਼ੋਰ ਲਾ ਰਹੇ ਨੇ ਕਿ ਇਹਨਾਂ ਕਰਮਕਾਂਡੀ ਬਾਹਮਣਾਂ ਦੇ ਪੱਲੇ ਨਹੀਂ ਪੈਣਾ ਮੇਰੇ ਸਿੱਖ ਨੇ। ਹੋਰ ਬਹੁਤ ਸਾਰੀਆਂ ਵਿਚਾਰਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਕੀਰਤਨ ਦਾ ਸਮਾਂ ਹੋ ਰਿਹਾ, ਸਮਾਪਤੀ ਕਰੀਏ ਜੀ। हे अच्युत हे पार ब्रह्म अविनाशी अगनाश, हे पूरन हे सर्वमय पंचन गुणतास, हे संगी हे निरंकार हे निर्गुण सब टेक, हे गोविंद हे गुण निधान जाके सदा विवेक, हे अपरंपर हर हरे हो बनहार, हे संत कै सदा संग दारा आधार, हे ठाकुर हों दासरो निर्गुण गुण नहीं कोई, नानक दीजै नाम दान राखो ही परोए, आए प्रभ शरणागति कृपा निध दयाल, एक अखर हर मन बसत नानक होत निहाल, एक ओंकार सतगुरु प्रसाद सच होए, वाहिगुरु जी की फतेह है। विनाशन सोए, वाहिगुरु जी की फतेह है। विनाशन सोए, वाहिगुरु जी का खालसा, वाहिगुरु जी की फतेह।